1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 1 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਮੰਡੇ ਟੂ ਫਰਾਈਡੇ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਾਣੀ ਦੇ ਨਾਲ ਜਿਹੜੇ ਹਾਦਸੇ ਵਾਪਰਦੇ ਆ, ਜਾਂਦੇ ਲੋਕੀ ਘੁੰਮਣ ਫਿਰਨ ਦੇ ਲਈ, ਉਹਦੇ ਵਿੱਚ ਕਾਫੀ ਜ਼ਿਆਦਾ ਮੌਤਾਂ ਹੋ ਜਾਂਦੀਆਂ ਨੇ। ਈਵਨ ਕਈ ਇਹੋ ਜਿਹੇ ਵੀ ਹੁੰਦੇ ਆ ਬੰਦੇ ਜਿਹੜੇ ਡੁੱਬ ਕੇ ਮਰ ਜਾਂਦੇ ਆ, ਉਹਨਾਂ ਨੂੰ ਸਵਿਮਿੰਗ ਆਉਂਦੀ ਹੁੰਦੀ ਆ। ਤੇ ਹੁਣ ਲਾਈਫ ਸੇਵਿੰਗ ਸੁਸਾਇਟੀ ਨੇ ਕਿਹਾ ਕਿ ਇਹ ਹਾਦਸੇ ਕਾਫੀ ਹੱਦ ਤੱਕ ਰੋਕੇ ਜਾ ਸਕਦੇ ਆ ਜੇ ਸਹੀ ਤਰੀਕੇ ਦੇ ਨਾਲ ਉਹ ਫੋਲੋ ਕਰਨ ਸਾਰੇ ਰੂਲਸ, ਲਾਈਫ ਜੈਕਟ ਵਗੈਰਾ ਪਾਉਣ। ਕੱਲੇ ਓਨਟੇਰੀਓ ਦੇ ਵਿੱਚ 51 ਲੋਕਾਂ ਦੀ ਮੌਤ ਹੋਈ ਆ ਪਾਣੀ ਦੇ ਵਿੱਚ ਡੁੱਬ ਕੇ ਇਸ ਸਾਲ ਦੇ ਵਿੱਚ। ਕੀ ਕਹਿਣਾ ਚਾਹੋਗੇ? ਪਿੱਛੇ ਜਿਹੇ ਸਾਡੀ ਐਮਬੈਸੀ ਨੇ, ਇੰਡੀਅਨ ਐਮਬੈਸੀ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਸੀ ਕਿ ਤੁਸੀਂ ਨੋਟਿਸ ਕੀਤਾ ਹੋਣਾ, ਕੁਛ ਇੰਡੀਅਨ ਸਟੂਡੈਂਟ ਸਾਡੇ ਇੱਥੇ ਆਏ ਜਿਹੜੇ ਉਹ ਸਵਿਮਿੰਗ ਕਰਦੇ ਮਾਰੇ ਗਏ। ਹਾਂਜੀ। ਹੁਣ ਪੰਜਾਬੀ 'ਚ ਕਹਿੰਦੇ ਹੁੰਦੇ ਕਿ ਨਹੀਂ, ਇੱਕ ਜਿਹੜਾ ਤਾਰੂ ਹੀ ਡੁੱਬਦਾ ਹੈ ਜੀ, ਜਿਹੜਾ ਤਾਂ ਧਮਾਤੜ ਬੰਦਾ ਜਿਹਨੂੰ ਤੁਰਨਾ ਹੀ ਨਹੀਂ ਆਉਂਦਾ ਨਾ, ਉਹ ਤਾਂ ਪਾਣੀ ਦੇ ਲਾਗੇ ਹੀ ਨਹੀਂ ਜਾਂਦਾ। ਹਾਂਜੀ। ਤੇ ਹੁਣ ਜਿਹੜੀ ਸਮਝਣ ਵਾਲੀ ਗੱਲ ਹੈ, ਜਿਹੜੇ ਤਾਰੂ ਉੱਥੋਂ ਆਉਂਦੇ ਆ, ਨਹਿਰਾਂ 'ਚ ਤਰਦੇ, ਛੱਪੜਾਂ 'ਚ ਤਰਦੇ। ਹੁਣ ਜਿਹੜਾ ਇੱਕ ਬੰਦਾ ਇੱਥੇ ਵੀ, ਤੁਸੀਂ ਜੇ ਪੂਲ ਲਾਇਆ ਪਿੱਛੇ ਘਰ ਦੇ, ਉਹ ਪੂਲ ਦੇ ਵਿੱਚ ਤਰਨਾ ਤੇ ਐਕਚੁਅਲੀ ਲੇਕ ਦੇ ਵਿੱਚ ਤਰਨਾ ਜਿੱਥੇ ਕਿ ਪਾਣੀ ਚੱਲਦਾ ਹੋਵੇ। ਮੈਂ ਹੈਰੀਸਨ ਹੌਟ ਸਪ੍ਰਿੰਗ ਦੀ ਗੱਲ ਕਰਦਾ। ਹੈਰੀਸਨ ਹੌਟ ਸਪ੍ਰਿੰਗ ਮੇਰਾ ਇੱਕ ਸਟੂਡੈਂਟ ਵੀ ਉਹਨਾਂ ਦੀ ਮੌਤ ਹੋਈ ਸੀ, ਕੋਈ 3 ਸਾਲ ਹੋਏ ਆ। ਉਹ ਖਤਮ ਕਰ ਗਏ। PR ਉਹਨੂੰ ਮਿਲਣ ਵਾਲੀ ਸੀ ਵੈਸੇ ਹੁਣ, ਤੇ ਥੋੜ੍ਹੇ ਦਿਨ ਪਹਿਲਾਂ ਉਹਦੀ ਡੈਥ ਹੋ ਗਈ। ਉਹ ਆਪਣੇ ਕਜ਼ਨ ਦੇ ਨਾਲ ਹੈਰੀਸਨ ਹੌਟ ਸਪ੍ਰਿੰਗ ਤੇ ਗਿਆ ਸੀ, ਐਕਚੁਅਲੀ ਮੁੜਿਆ ਹੀ ਸੀ। ਤੇ ਉਦੋਂ ਬਾਅਦ ਉਹਦੇ ਕਜ਼ਨ ਨੇ ਕਿਹਾ ਕਿ ਨਹੀਂ, ਥੋੜ੍ਹਾ ਜਿਹਾ ਹੋਰ ਤਰਦੇ ਹਾਂ ਅਸੀਂ, ਤੇ ਉਹ ਵਾਪਸ ਗਿਆ ਤਾਂ ਉਹ ਜਾਂਦਾ ਲੱਗਾ। ਹੁਣ ਹੈਰੀਸਨ ਹੌਟ ਸਪ੍ਰਿੰਗ ਤੇ ਗਲੇਸ਼ੀਅਰ ਪਾਣੀ ਦਾ ਬਹੁਤ ਫਲੋ ਆ। ਗਲੇਸ਼ੀਅਰ ਦੇ ਵਿੱਚ ਜਿਹੜੇ ਢਲਦੇ ਆ ਤੇ ਉਹ ਪਾਣੀ ਆਉਂਦਾ ਉੱਥੇ। ਫਿਰ ਉਹ ਝੀਲ ਬਹੁਤ ਵੱਡੀ ਝੀਲ ਆ, ਤੇ ਉਹਦੇ ਨਾਲ ਹੀ ਇੱਕ ਰਿਵਰ ਇਨਫਲੋ ਹੁੰਦਾ ਹੈ, ਜਿਹੜਾ ਦਰਿਆ ਉੱਥੋਂ ਨਿਕਲਦਾ। ਜਦੋਂ ਪਾਣੀ ਇੰਨਾ ਜ਼ਿਆਦਾ ਹੋਵੇ, ਇੰਨੀ ਜ਼ਿਆਦਾ ਵਾਲੀਅਮ ਹੋਵੇ ਨਾ ਉਹਦਾ, ਤੇ ਤੁਹਾਡੇ ਜਿਹੜੇ ਘਰ ਦੇ ਵਿੱਚ ਪੂਲ ਲੱਗਾ ਹੁੰਦਾ ਉਹਦਾ ਬਹੁਤ ਫਰਕ ਆ। ਹਾਂਜੀ। ਪਾਣੀ ਤਾਂ ਦੇਖੋ, ਜਦੋਂ ਸਮੁੰਦਰ ਦਾ ਪਾਣੀ ਆ, ਜਦੋਂ ਛੱਲਾਂ ਮਾਰਦਾ ਆ ਨਾ, ਜਹਾਜ਼ਾਂ ਨੂੰ ਬਹੁਤ ਮੋਟੇ ਰੱਸੇ ਬੰਨੇ ਹੁੰਦੇ ਆ, ਸੰਗਲ ਲਾਏ ਹੁੰਦੇ, ਜਦੋਂ ਐਂਕਰ ਕਰਦੇ ਆ ਤਾਂ ਉਹ ਜਹਾਜ਼ ਨੂੰ ਹਿਲਾ ਕੇ ਰੱਖ ਦਿੰਦਾ। ਜੇ ਉਹਦੇ ਇੰਨੇ ਮੋਟੇ ਸੰਗਲ ਨਾ ਪਾਏ ਹੋਣ ਤਾਂ ਉਹ ਜਹਾਜ਼ ਨੂੰ ਲੈ ਕੇ ਚਲਾ ਜਾਵੇ, ਤਾਂ ਤੁਸੀਂ ਜਹਾਜ਼ ਤਾਂ ਹੈ ਨਹੀਂ ਨਾ ਜੀ। ਐਸੀ ਤਾਂ ਸਾਡਾ ਤਾਂ ਕਿੰਨਾ 150, 200, 250 ਪਾਉਂਡ ਦਾ ਬੰਦਾ ਹੁੰਦਾ। ਹਾਂਜੀ। ਤਾਂ ਉਹ ਜਾ ਕੇ ਜੇ ਸਵਿਮਿੰਗ, ਕਹਿੰਦੇ ਸਵਿਮਿੰਗ ਵੀ ਆਉਂਦੀ ਆ ਲੋਕਾਂ ਨੂੰ, ਇਹਨਾਂ ਨੂੰ ਆਉਂਦੀ ਹੁੰਦੀ ਆ ਸਿਰਫ ਤੇ ਸਿਰਫ ਉਹ ਆਪਣੇ ਪੂਲ ਦੇ ਵਿੱਚ ਤਰਨ ਜੋਗੀ, ਬਿਲਕੁਲ ਥੋੜੇ ਵਾਲੀਅਮ ਦੇ ਵਿੱਚ। ਤੇ ਪਰ ਜਦੋਂ ਤੁਸੀਂ ਝੀਲ ਦੇ ਵਿੱਚ ਜਾਂਦੇ ਜਾਂ ਸਮੁੰਦਰ ਦੇ ਵਿੱਚ ਜਾਂਦੇ ਆ, ਤਾਂ ਉਸ ਵੇਲੇ ਲੈਵਲ ਜਿਹੜਾ ਤੁਹਾਡਾ, ਜਿਵੇਂ ਗਾਰਡਸ ਬੈਠੇ ਹੁੰਦੇ ਆ, ਇਹਨਾਂ ਦਾ ਗਾਰਡ ਨੇ ਬਹੁਤ ਜ਼ਿਆਦਾ ਸਵਿਮਿੰਗ ਸਿੱਖੀ ਹੈ। ਇੱਕ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਪੰਜਾਬ 'ਚ ਕਦੇ, ਅਸੀਂ ਤਾਂ ਲੈਂਡ ਲੌਕਡ ਸਟੇਟ ਆ, ਅਸੀਂ ਪਿੰਡਾਂ ਦੇ ਬੱਚੇ ਤਾਂ ਉਹ ਛੱਪੜਾਂ 'ਚ ਤਰ ਲਿਆ ਜਾਂ ਨਹਿਰਾਂ 'ਚ ਤਰ ਲਿਆ। ਹੁਣ ਇਹ ਵੱਖਰੀ ਗੱਲ। ਨਹਿਰ ਤੁਸੀਂ, ਹੁਣ ਮੈਂ ਦੇਖਦਾ ਜਾ ਕੇ, ਛੋਟਿਆਂ ਹੁੰਦੇ ਨਹਿਰਾਂ ਬਹੁਤ ਵੱਡੀਆਂ ਲੱਗਦੀਆਂ ਹੁੰਦੀਆਂ ਸੀ, ਹੁਣ ਤਾਂ ਜਾ ਕੇ ਮੈਂ ਦੇਖਦਾ ਵੀ ਉਹਨਾਂ ਦੇ ਵਿੱਚ ਪਾਣੀ ਆਉਂਦਾ ਕਿੱਥੇ, ਪਾਣੀ ਖੜਾ ਹੀ ਨਹੀਂ ਹੈ। ਕਿੰਨਾ ਕੁ ਪਾਣੀ ਉਹਦੇ ਵਿੱਚ ਆ ਸਕਦਾ? ਬਿਲਕੁਲ ਛੋਟੀ ਜਿਹੀ ਨਹਿਰ ਹੁੰਦੀ ਹੈ ਜੀ। ਬਹੁਤ ਵੱਡੀਆਂ ਨਹਿਰਾਂ ਵੀ ਹੈਗੀਆਂ ਜਿਨ੍ਹਾਂ 'ਚ ਫਲੋ ਬਹੁਤ ਜ਼ਿਆਦਾ ਆ, ਤੇ ਉਹਨਾਂ ਦੇ ਵਿੱਚ ਡੁੱਬਦੇ ਵੀ ਨੇ। ਪਰ ਬਿਲਕੁਲ ਪਿੰਡਾਂ ਦੇ ਵਿੱਚ ਜਿਹੜੀਆਂ ਨਹਿਰਾਂ ਹੁੰਦੀਆਂ ਉਹ ਬਿਲਕੁਲ ਛੋਟੀਆਂ ਨਹਿਰਾਂ,
ਤੇ ਉਹਦਾ ਮੁਕਾਬਲਾ ਤੁਸੀਂ ਵੱਡੀਆਂ ਝੀਲਾਂ ਦੇ ਵਿੱਚ ਜਿੱਥੋਂ ਖਾਸ ਤੌਰ ਤੇ ਪਾਣੀ ਚੱਲਦਾ ਆ ਹਾਂਜੀ ਤੇ ਵਾਲੀਅਮ ਜ਼ਿਆਦਾ ਹੁੰਦੀ ਹੈ ਸਮੁੰਦਰ ਦੇ ਵਿੱਚ ਜਿੱਥੇ ਕਿ ਲਹਿਰਾਂ ਚੜ੍ਹਦੀਆਂ ਆਉਂਦੀਆਂ ਕੀ ਕਹਿੰਦੇ ਹੁੰਦੇ ਉਹਨੂੰ ਜਵਾਰ ਭਾਟਾ ਕਹਿੰਦੇ ਹੁੰਦੇ ਹਾਂਜੀ ਜਿਹੜਾ ਮੂਨ ਦੇ ਨਾਲ ਹੁੰਦਾ ਜੀ ਤੇ ਉਹ ਜਵਾਰ ਭਾਟਾ ਜਦੋਂ ਆਉਂਦਾ ਉਹ ਤਾਂ ਜਹਾਜ਼ ਲਾ ਕੇ ਰੱਖ ਦਿੰਦਾ ਹਾਂਜੀ ਤੇ ਉਹਦੇ ਵਿੱਚ ਜਿਹੜਾ ਲੈਵਲ ਤੁਹਾਨੂੰ ਸਵਿਮਿੰਗ ਦਾ ਨਾ ਉਹ ਬਹੁਤ ਜ਼ਿਆਦਾ ਗਾਰਡ ਦਾ ਜਾਂ ਜਿੱਦਾਂ ਮਰੀਨ ਕੋਰ ਦੇ ਵਿੱਚ ਸਿਖਾਲਦੇ ਇਹਨਾਂ ਨੂੰ ਜਿਹੜੀ ਲੜਾਈ ਦੀ ਟ੍ਰੇਨਿੰਗ ਦਿੰਦੇ ਨਾ ਮਰੀਨ ਕੋਰ ਵਾਲੇ ਤੇ ਨੇਵੀ ਦੇ ਖਾਸ ਤੌਰ ਤੇ ਸੀਲ ਦੇ ਜਿਹੜੇ ਹੁੰਦੇ ਆ ਇਹਨਾਂ ਨੂੰ ਉਨੀ ਉਸ ਲੈਵਲ ਦੀ ਸਵਿਮਿੰਗ ਸਿਖਾਲਦੇ ਉਹ ਬੰਦੇ ਤਰ ਸਕਦੇ ਆ। ਸਾਡੇ ਤਾਂ ਸਵਿਮਿੰਗ ਲੈਸਨ ਕਦੇ ਕਿਸੇ ਨੇ ਲਿਆ ਹੀ ਨਹੀਂ। ਅਸੀਂ ਕਿੱਥੋਂ ਸਿੱਖਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਅਸੀਂ ਸਿੱਖਦੇ ਹੁੰਦੇ ਸੀ ਮੱਝਾਂ ਚਾਰਨ ਗਏ ਉਥੇ ਨਹਿਰ 'ਚ ਨਹਾਉਣ ਲੱਗ ਪੈਣਾ ਤਾਂ ਉੱਥੋਂ ਥੋੜ੍ਹੀ ਜਿਹੀ ਸਵਿਮਿੰਗ ਆ ਗਈ ਉਹ ਸਵਿਮਿੰਗ ਇੰਨੀ ਕੀ ਆ ਗਈ ਵੀ ਡੁੱਬਣ ਤੋਂ ਬਚਣ ਜੋਗੀ ਉਹ ਥੋੜ੍ਹੇ ਜਿਹੇ ਪਾਣੀ 'ਚ ਜੀ ਪਰ ਉਹਦੇ ਨਾਲ ਅਸੀਂ ਵੱਡੇ ਸਮੁੰਦਰ ਦੇ ਵਿੱਚ ਤਰਨ ਜੋਗੇ ਨਹੀਂ। ਹਾਂਜੀ ਇਹ ਖਿਆਲ ਰੱਖਣਾ ਚਾਹੀਦਾ ਬੰਦਿਆਂ ਨੂੰ ਕਿ ਉਸ ਲੈਵਲ ਤੋਂ ਤਾਂ ਉਹ ਦੂਜੇ ਲੈਵਲ ਦਾ ਬਹੁਤ ਵੱਡਾ ਫਰਕ ਹੈ ਜੀ। ਸੋ ਪਹਿਲੀ ਗੱਲ ਤਾਂ ਤੁਹਾਨੂੰ ਸੇਫਟੀ ਜਿਹੜੀ ਜੈਕਟ ਪਾਉਣੀ ਚਾਹੀਦੀ ਹੈ ਚਾਹੇ ਆਉਂਦੀ ਚਾਹੇ ਸਵਿਮਿੰਗ ਚਾਹੇ ਨਹੀਂ ਆਉਂਦੀ। ਹਾਂਜੀ ਉਹ ਜ਼ਰੂਰੀ ਆ ਉਹ ਲੱਗਦਾ ਇਦਾਂ ਜਿੱਦਾਂ ਮਾਰਕੇਬਾਜ਼ੀ ਨਹੀਂ ਹੁੰਦੀ ਬੰਦਾ ਇਦਾਂ ਸੋਚਦਾ ਮੈਂ ਤਾਂ ਨਹੀਂ ਜਾਣਦਾ ਮੈਂ ਤਾਂ ਸਵਿਮਿੰਗ ਕਰ ਲੂੰਗਾ ਮੈਂ ਤਾਂ ਆਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਇਹ ਨਹੀਂ ਕੋਈ ਗੱਲ ਹੁੰਦੀ। ਆਪਣੀ ਸੇਫਟੀ ਪਹਿਲੀ ਚੀਜ਼ ਉਹ ਆ ਤੁਹਾਡੇ ਸੇਫ ਜਿਹੜੀ ਜੈਕਟ ਪਾਈ ਹੋਵੇ ਤਾਂ ਤੁਸੀਂ ਫਲੋਟ ਕਰਨ ਲੱਗ ਪੈਂਦੇ ਹਾਂਜੀ ਤੁਸੀਂ ਡੁੱਬਦੇ ਨਹੀਂ ਕਮ ਸੇ ਕਮ ਹਾਂ ਰੁੜ ਸਕਦੇ ਤੁਸੀਂ ਫਲੋ ਦੇ ਨਾਲ ਪਾਣੀ ਦੇ ਨਾਲ ਕਿਉਂਕਿ ਜੈਕਟ ਤੁਹਾਨੂੰ ਰੁੜਨ ਤੋਂ ਰੋਕ ਨਹੀਂ ਸਕਦੀ ਜੀ ਪਰ ਕਮ ਸੇ ਕਮ ਡੁੱਬਣ ਤੋਂ ਰੋਕਦੀ ਹੈ। ਹਾਂਜੀ ਜਾਨ ਤਾਂ ਬਚ ਸਕਦੇ ਆ ਉਹ ਤੁਹਾਡਾ ਸਿਰ ਤੋਂ ਤਾਂ ਰਹਿੰਦਾ ਨਾ ਹਾਂਜੀ ਤੇ ਹੁਣ ਜਿਹੜੇ ਸਵਿਮਿੰਗ ਇੱਥੇ ਸਿਖਾਲਦੇ ਆ ਇੱਥੇ ਤੁਸੀਂ ਦੇਖੋ ਬੱਚਿਆਂ ਨੂੰ ਛੋਟਿਆਂ ਨੂੰ ਇੱਥੇ ਲੋਕੀ ਬੱਚੇ ਲੈ ਕੇ ਜਾਂਦੇ ਆ ਸਵਿਮਿੰਗ ਸਿਖਾਲਣ। ਸਾਡੇ ਕਦੇ ਪੇਰੈਂਟਸ ਨੇ ਸੋਚਿਆ ਸੀ ਵੀ ਕਦੇ ਸਵਿਮਿੰਗ ਵੀ ਸਿਖਾਲਣੀ ਇਹਨਾਂ ਨੂੰ ਤਾਂ ਸਿਖਾਲਣੀ ਤਾਂ ਕਿੱਥੇ ਸਿਖਾਲਣੀ ਪਿੰਡ ਦੇ ਛੱਪੜ 'ਚ ਸਿਖਾਲਣੀ ਕਿਸੇ ਨੂੰ ਨਹੀਂ ਆਉਂਦੀ। ਜਿਹਨਾਂ ਨੇ ਸਿੱਖੀ ਆ ਉਹਨਾਂ ਨੇ ਆਪਣੇ ਆਪ ਹੀ ਸਿੱਖੀ ਆ ਔਰ ਹਿੰਦੁਸਤਾਨ ਦੀ ਸਿੱਖੀ ਦਾ ਤਾਂ ਇੱਥੇ ਸਿੱਖੀ ਦਾ ਇੱਕ ਫਰਕ ਦੇਖਿਓ ਜਿਹੜੇ ਇੱਥੇ ਸਿਖਾਲਦੇ ਆ ਇਹ ਸਿਖਾਲਦੇ ਆ ਬੰਦੇ ਨੂੰ ਐਨ ਲੈਵਲ ਆਉਣਾ ਮਤਲਬ ਧੌਣ ਨੀਵੀਂ ਕਰਕੇ ਧੌਣ ਬਿਲਕੁਲ ਪਾਣੀ ਦੇ ਬਰਾਬਰ ਹੋਵੇ ਤੁਹਾਡੀ ਉਹ ਤਰਦੇ ਸਾਡੀ ਧੌਣ ਤਾਂ ਨੂੰ ਚੱਕੀ ਹੁੰਦੀ ਹੈ ਹਾਂਜੀ ਉਹਦੇ ਨਾਲ ਤਾਂ ਤੁਸੀਂ ਥੋੜਾ ਚਿਰ ਤਰ ਸਕਦੇ ਆ ਉਹਦੇ ਨਾਲ ਬਚ ਨਹੀਂ ਸਕਦੇ ਜੀ ਤੇ ਜੇ ਫਿਰ ਇਹਨਾਂ ਦੇ ਲੈਵਲ ਦੇ ਆ ਸਵਿਮਿੰਗ ਦੇ ਇੱਕ ਲੈਵਲ ਤੇ ਦੂਸਰੇ ਲੈਵਲ ਤੇ ਤੀਸਰੇ ਏਦਾਂ ਹੌਲੀ ਗ੍ਰੈਜੂਏਟ ਹੁੰਦੇ ਆ ਜੀ। ਆਮ ਬੱਚਿਆਂ ਨੂੰ ਇੱਥੇ ਉਸ ਲੈਵਲ ਤਾਈਂ ਲੈ ਜਾਂਦੇ ਆ ਲੋਕੀ ਕਿ ਛੋਟੀ ਮੋਟੀ ਸਵਿਮਿੰਗ ਉਹ ਕਰ ਲੈਂਦੇ ਆ ਪਰ ਉਸ ਜਿਹੜੀ ਗਾਰਡਸ ਜਿਹੜੇ ਬੈਠੇ ਹੁੰਦੇ ਆ ਜਿਸ ਲੈਵਲ ਤੇ ਉਹ ਆ ਉਸ ਲੈਵਲ ਦੀ ਸਵਿਮਿੰਗ ਨਹੀਂ ਉਹ ਤਾਂ ਕਿਸੇ ਦੇ ਕੋਲ ਹੈ ਜਾਂ ਜਿਹਨੇ ਫੁੱਲ ਟ੍ਰੇਨਿੰਗ ਲਈ ਹੈ ਜੀ। ਤੇ ਜੇ ਤੁਸੀਂ ਸੇਫਟੀ ਜੈਕਟ ਜਿਹੜੀ ਹੁਣ ਬਹੁਤੇ ਬੰਦੇ ਮੈਂ ਦੇਖਿਆ ਬੋਟਿੰਗ ਕਰਦੇ ਨਾ ਬੋਟਿੰਗ ਦੇ ਵਿੱਚ ਮਾਰਕੇਬਾਜ਼ੀ ਕਰਦੇ ਆ ਹਾਂਜੀ ਬੋਟਿੰਗ ਦੇ ਵਿੱਚ ਉਹਨਾਂ ਨੇ ਸੇਫਟੀ ਜੈਕਟ ਨਹੀਂ ਪਾਉਂਦੇ ਬੈਠੇ ਹੁੰਦੇ ਬੋਟ ਦੇ ਵਿੱਚ ਬੋਟ ਦਾ ਪਤਾ ਨਹੀਂ ਕਿਹੜੇ ਵੇਲੇ ਉਲਟ ਜਾਵੇ ਜੀ। ਬੋਟ ਸਮੁੰਦਰ ਦੇ ਵਿੱਚ ਤਾਂ ਜਹਾਜ਼ ਉਲਟ ਜਾਂਦੇ ਆ ਹਾਂਜੀ ਸਮੁੰਦਰ ਦੇ ਬੋਟ ਕਿਹੜੀ ਚੀਜ਼ ਹੈ ਜੀ ਪਰ ਇਸੇ ਕਰਕੇ ਤੁਹਾਨੂੰ ਚਾਹੀਦਾ ਇਹ ਹੀ ਆ ਕਿ ਸਭ ਤੋਂ ਪਹਿਲਾਂ ਸੇਫਟੀ ਜੈਕਟ ਆਪਣੀ ਕੋਲ ਹੀ ਲੈ ਲਓ ਕੋਈ ਬਹੁਤੀ ਨਹੀਂ ਮਹਿੰਗੀ ਮਿਲਦੀ ਉਹ ਵੈਸੇ ਰੈਂਟ ਤੇ ਵੀ ਦਿੰਦੇ ਆ ਹਾਂਜੀ ਤੇ ਜਿੱਦਾਂ ਦੀ ਮਰਜ਼ੀ ਹੋਵੇ ਕਮ ਸੇ ਕਮ ਸੇਫਟੀ ਜ਼ਰੂਰ ਹੈ ਉਹਦੇ ਵਿੱਚ ਹਾਂਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ ਪੂਲ ਤੇ ਵੀ ਜੇ ਜਾਂਦੇ ਆ ਲੋਕੀ ਤਾਂ ਜੇ ਬੋਟਿੰਗ ਲਈ ਵੀ ਜਾਂਦੇ ਹੈਗੇ ਸੇਫਟੀ ਰੂਲਸ ਨੂੰ ਫੋਲੋ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਾਨ ਤੋਂ ਵੱਧ ਕੇ ਹੋਰ ਕੋਈ ਚੀਜ਼ ਹੈ ਨਹੀਂ। ਡਾਕਟਰ ਸਾਹਿਬ ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਪ੍ਰਿੰਸ ਚਾਰਲਸ ਵਿਵਾਦਾਂ ਦੇ ਘੇਰੇ ਵਿੱਚ ਨੇ ਜੀ। ओसामा बिन लादेन ਦੀ ਫੈਮਿਲੀ ਤੋਂ ਉਹਨਾਂ ਨੇ 1 ਮਿਲੀਅਨ ਪਾਉਂਡ ਜਿਹੜੇ ਸੀ ਉਹ ਲੈ ਸੀ ਆਪਣੀ ਚੈਰਿਟੀ ਦੇ ਵਿੱਚ ਫਿਰ ਉਹਨਾਂ ਨੇ ਜਮ੍ਹਾਂ ਕਰਤੇ ਸੀ। ਉਹਨਾਂ ਦੇ ਐਡਵਾਈਜ਼ਰ ਨੇ ਉਸ ਵਕਤ ਉਹਨਾਂ ਨੂੰ ਸਲਾਹ ਵੀ ਦਿੱਤੀ ਸੀ ਕਿ ਵਾਪਸ ਕਰ ਦੇਣ ਉਹ ਮਨੀ ਪਰ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ। ਇਸ ਪੂਰੇ ਵਿਵਾਦ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਤੰਬਰ 11 ਦੀਆਂ ਘਟਨਾਵਾਂ ਉਹਦੇ ਬਾਅਦ ਇਰਾਕ ਦੇ ਵਿੱਚ ਇਹਨਾਂ ਨੇ ਵਿਜ਼ਨ ਕੀਤਾ ਅਫਗਾਨਿਸਤਾਨ ਦੇ ਵਿੱਚ ਗਏ ओसामा बिन लादेन ਦਾ ਨਾਂ ਆਉਂਦਾ ਰਿਹਾ ਔਰ ਜਦੋਂ ਉਹਨੂੰ ਮਾਰਿਆ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਲਏ ਉਹਨਾਂ ਦੀ ਫੈਮਿਲੀ ਦੇ ਕੋਲੋਂ। ओसामा बिन लादेन ਦੀ ਫੈਮਿਲੀ
ਇਹ ਯੈਮਨ ਦੇ ਆ ਵੈਸੇ, ਐਕਚੁਅਲੀ ਰਹਿਣ ਵਾਲੇ ਯੈਮਨ ਦੇ ਆ, ਪਰ ਉੱਦਾਂ ਰਹਿੰਦੇ ਵੈਸੇ ਸਾਊਦੀ ਅਰੇਬੀਆ ਦੇ ਵਿੱਚ। ਇਹ ਹੈਗੇ ਆ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਇਨਵੋਲਵ ਆ, ਬਿਲੀਅਨੇਅਰਸ ਹੈ। ਔਰ ਉਸਾਮਾ ਬਿਨ ਲਾਦਨ ਨੂੰ ਲੱਗਦੇ ਕਹਿ ਤਾਂ ਦਿੰਦੇ ਆ, ਉਹਦਾ ਵੱਡਾ ਭਰਾ ਸੀ, ਉਹਨਾਂ ਦੀ ਫੈਮਿਲੀ ਦੇ ਵਿੱਚ ਉਹਦੇ ਬਾਪ ਦੀਆਂ ਕਈ ਸ਼ਾਦੀਆਂ ਸੀ। ਉਹ ਮੇਰੇ ਖਿਆਲ 50 ਜਾਂ 52 ਬੱਚੇ ਆ ਉਹਨਾਂ ਦੇ। ਅਕਸਰ ਤਾਂ ਤੁਸੀਂ ਸੁਣਦੇ ਨਾ ਵੀ ਕਿਸੇ ਦੇ ਇੱਕ ਮੁੰਡਾ ਆ, 2 ਮੁੰਡੇ ਆ, ਇਹਨਾਂ ਦੇ 50-55 ਨਿਆਣੇ ਆ। ਬਹੁਤ ਵੱਡੀ ਫੈਮਿਲੀ ਹੈ ਜੀ। ਤੇ ਉਹਨਾਂ ਦੇ ਵਿੱਚੋਂ ਹੁਣ ਉਸਾਮਾ ਬਿਨ ਲਾਦਨ ਨਾਲ ਕਿਹੜਾ ਬੋਲਦਾ ਹੋਣਾ, ਕਿਹੜਾ ਨਹੀਂ ਬੋਲਦਾ ਹੋਣਾ, ਇਹ ਤਾਂ ਪਤਾ ਨਹੀਂ। ਪਰ ਕਮ ਸੇ ਕਮ ਆਪਟਿਕਸ ਜ਼ਰੂਰ ਹੈ ਕਿ ਉਹਨਾਂ ਦਾ ਪਰਿਵਾਰ, ਜਿਨ੍ਹਾਂ ਨੂੰ ਸਾਰੀ ਦੁਨੀਆ ਲੱਭਦੀ ਫਿਰਦੀ ਹੈ, ਅਮਰੀਕਾ ਵਾਲੇ, ਇੰਗਲੈਂਡ ਵਾਲੇ ਲੱਭਦੇ ਫਿਰਦੇ ਸੀ। ਟੋਨੀ ਬਲੇਅਰ ਨੇ ਸਾਥ ਦਿੱਤਾ ਪੂਰਾ ਜਾਰਜ ਬੁਸ਼ ਦਾ, ਜਦੋਂ ਉਹਨਾਂ ਨੇ ਕਿਹਾ ਕਿ ਉਸਾਮਾ ਬਿਨ ਲਾਦਨ ਨੇ ਸਾਡੇ ਟੈਰਰਿਸਟ ਅਟੈਕ ਕਰਾਇਆ, ਅੱਤਵਾਦੀ ਹਮਲਾ ਜਿਹੜਾ ਨਿਊਯਾਰਕ ਦੇ ਵਿੱਚ, ਉਹਨੇ ਰਿਸਪੌਂਸਿਬਿਲਿਟੀ ਵੀ ਲਈ ਹੈ। ਵੈਸੇ ਉਹਨੇ ਜ਼ਿੰਮੇਵਾਰੀ ਵੀ ਇਹ ਲਈ ਸੀ ਕਿ ਮੈਂ ਕਰਵਾਇਆ, ਅਲ ਕਾਇਦਾ ਨੇ ਕਰਾਇਆ। ਹਾਂਜੀ। ਤੇ ਉਹ ਨੰਬਰ 1 ਟੈਰਰਿਸਟ ਮੰਨਿਆ ਜਾਂਦਾ ਸੀ। ਉਹਦੇ ਤੇ ਕਈ $1 ਮਿਲੀਅਨ ਦਾ ਇਨਾਮ ਵੀ ਰੱਖਿਆ ਸੀ ਕਿ ਉਹਨੂੰ ਫੜੇ। ਤਾਂ ਬੈਠਾ ਕਿੱਥੇ ਸੀ ਉਹ? ਐਬਟਾਬਾਦ, ਜਿੱਥੇ ਪਾਕਿਸਤਾਨ ਦੀ ਮਿਲਟਰੀ ਦਾ ਬੇਸ ਆ ਨਾ, ਉਹਦੇ ਨਾਲ ਹੀ ਬੈਠਾ ਸੀ। ਇਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ। ਹਾਂਜੀ। ਦੱਸੋ, ਕਦੇ ਮਿਲਟਰੀ ਨੂੰ ਇਹੀ ਨਹੀਂ ਪਤਾ ਵੀ ਸਾਡੇ ਕੰਟੋਨਮੈਂਟ ਦੇ ਲਾਗੇ ਕੌਣ ਬੈਠਾ ਹੈ? ਇਹ ਸਭ ਤੋਂ ਵੱਡੀ ਮਤਲਬ ਝੂਠ ਬੋਲਣ ਦੀ ਗੱਲ ਆ। ਵੀ ਝੂਠ ਹੀ ਬੋਲਣਾ ਤੇ ਚੱਜ ਨਾਲ ਬੋਲੋ, ਜਾਂ ਇਹਨੂੰ ਇੱਦਾਂ ਦੇ ਥਾਂ ਤੇ ਰੱਖੋ ਵੀ ਜਿੱਥੇ ਇੱਕ ਮਿਲਟਰੀ ਦਾ ਇੰਸਟਾਲੇਸ਼ਨ ਲਾਗੇ ਛਾਗੇ ਨਾ ਹੋਵੇ। ਹਾਂਜੀ। ਤੁਸੀਂ ਉਹਨੂੰ ਦੂਰ ਰੱਖੋ ਕਿਤੇ। ਤਾਂ ਜੇ ਤਾਂ ਉਹ ਨਾਲ ਹੀ ਬੈਠਾ ਹੈ ਕੈਂਟ ਤੇ, ਤਾਂ ਫਿਰ ਤੁਸੀਂ ਕਹੋ ਕਿ ਸਾਨੂੰ ਪਤਾ ਹੀ ਨਹੀਂ। ਇਹਦਾ ਮਤਲਬ ਤੁਹਾਡੀ ਆਪਣੀ ਸਿਕਿਉਰਿਟੀ ਵੀ ਕੋਈ ਨਹੀਂ ਜੀ। ਮਿਲਟਰੀ ਵਾਲਿਆਂ ਦੇ ਕੰਟੋਨਮੈਂਟ ਜਿੱਥੇ ਵੀ ਹੁੰਦੇ ਆ, ਆਲੇ ਦੁਆਲੇ ਉਹਨਾਂ ਦੀ ਜਸੂਸੀ ਹੁੰਦੀ ਹੈ ਕਿ ਕੋਈ ਇੱਦਾਂ ਦੀ ਤਾਂ ਨਹੀਂ ਕਾਰਵਾਈ ਕਰੂਗਾ ਸਾਡੇ ਜੀ। ਔਰ ਸਭ ਤੋਂ ਵੱਡੀ ਗੱਲ ਹੁਣ ਆ ਗਈ ਹੈ ਪ੍ਰਿੰਸ ਚਾਰਲਸ। ਸਭ ਤੋਂ ਪਹਿਲਾਂ ਚੈਰਿਟੀਜ਼ ਜਿਹੜੀਆਂ ਬਣਾਉਂਦੇ ਆ, ਉਹਨਾਂ ਦੇ ਵਿੱਚ ਬੰਦੇ ਦੇਖੋ ਕਿਹੜੇ ਕਿਹੜੇ ਪੈਸੇ ਕਿੱਦਾਂ ਇਕੱਠੇ ਕਰਕੇ ਦਿੰਦੇ ਆ। ਉਹ ਦਿੰਦੇ ਤਾਂ ਐਕਸੈਸ ਲਈ ਹੈ ਕਿ $1 ਮਿਲੀਅਨ, $2 ਮਿਲੀਅਨ ਦੇ ਦਿੱਤਾ। ਉਹਨਾਂ ਦੇ ਨਾਲ ਮੀਟਿੰਗ ਹੋ ਗਈ। ਇਹਨਾਂ ਨੂੰ ਬੰਦੇ ਇੱਕ ਦੂਜੇ ਨੂੰ ਜਾਣਦੇ ਸਾਰੇ ਦੁਨੀਆ ਭਰ ਦੇ। ਉਹਨਾਂ ਨੇ ਕੋਈ ਕੰਮ ਕਰਾਉਣਾ, ਇਹਨਾਂ ਨੇ ਫੋਨ ਚੱਕਣਾ, ਕੰਮ ਕਰਾ ਦੇਣਾ। ਤਾਂ ਉਹਦਾ $1 ਮਿਲੀਅਨ ਖਰਚੇ ਦਾ 50 ਮਿਲੀਅਨ 100 ਮਿਲੀਅਨ ਫਾਇਦਾ ਵੀ ਹੋਣਾ ਨਾ। ਤੇ ਇਹਨਾਂ ਨੇ ਚੈਰਿਟੀ ਲਾਈ ਹੈ। ਚੈਰਿਟੀ ਦੇ ਵਿੱਚੋਂ ਜੇ $1 ਇਕੱਠਾ ਕਰਦੇ ਆ ਤਾਂ ਉਹ ਕੀ ਲੱਗਦਾ ਜਾਂ ਨਹੀਂ ਲੱਗਦਾ, ਇਹ ਜੁਦੀ ਗੱਲ ਆ। ਤੁਸੀਂ ਜੇ ਇੱਕ ਬੜੀ ਪੁਰਾਣੀ ਸਟੱਡੀ ਹੈ, ਵੈਸੇ ਉਦੋਂ ਬਾਅਦ ਵੀ ਸਟੱਡੀਜ਼ ਹੋਈਆਂ ਹੋਣੀਆਂ, ਅਸੀਂ ਪੜ੍ਹਦੇ ਹੁੰਦੇ ਸੀ ਜਦੋਂ, ਉਦੋਂ ਦੀ ਸਟੱਡੀ ਹੈ। ਉਦੋਂ ਕਹਿੰਦੇ ਹੁੰਦੇ ਸੀ ਵੀ $10 ਬਿਲੀਅਨ, $10,000 ਮਿਲੀਅਨ US ਦੇ ਵਿੱਚ ਚੈਰਿਟੀਜ਼ ਗਰੀਬੀ ਹਟਾਓ ਲਈ ਕਰਦੀ ਹੈ। ਉਹ ਕਹਿੰਦੇ ਵੀ ਜੇ ਇਹ $10 ਬਿਲੀਅਨ ਲਾ ਦੇਣ ਇਹਨਾਂ ਤੇ ਲੋਕਾਂ ਤੇ ਇਹ ਸਾਰੇ ਮਤਲਬ US ਦੀ ਨਹੀਂ, ਦੁਨੀਆ ਦੀ ਗਰੀਬੀ ਹਟਾ ਸਕਦੇ ਆ। ਕਮ ਸੇ ਕਮ ਉਹਨਾਂ ਨੂੰ ਰੋਟੀ ਤਾਂ ਦੇ ਸਕਦੇ ਨਾ। ਹਾਂਜੀ। ਪਰ ਉਹ ਕਹਿੰਦੇ ਇੱਥੇ ਲੋਕੀ ਬੇਘਰੇ ਤੁਰੇ ਫਿਰਦੇ ਆ, ਇਹ ਚੈਰਿਟੀ ਦੇ ਪੈਸੇ ਜਾਂਦੇ ਕਿੱਥੇ? ਹਾਂਜੀ। ਕੌਣ ਇਹਨਾਂ ਨੂੰ ਲੈ ਕੇ ਤੁਰਿਆ ਫਿਰਦਾ ਜੀ? ਚੈਰਿਟੀ ਦੇ ਜਿਹੜੇ CEOs ਆ, ਜਿਹੜੇ ਮੈਨੇਜਰਸ ਆ, ਤੁਸੀਂ ਉਹਨਾਂ ਦਾ ਰਹਿਣ ਸਹਿਣ ਦੇਖੋ ਪਹਿਲਾਂ ਕਿ ਇਹ ਕਿੱਦਾਂ ਰਹਿੰਦੇ ਨੇ, ਇਹਨਾਂ ਦੀ ਤਨਖਾਹਾਂ ਕਿੰਨੀਆਂ ਲੈਂਦੇ ਨੇ। ਇੱਥੇ ਵੈਨਕੂਵਰ ਦੀ ਚੈਰਿਟੀ ਹੁੰਦੀ ਸੀ ਇੱਕ, ਉਹ ਵੀ ਗਰੀਬੀ ਨੂੰ ਹਟਾਉਣ ਲਈ ਸੀ। ਉਹਦੀ ਜਿਹੜੀ ਐਂਟੀ ਪਾਵਰਟੀ ਚੈਰਿਟੀ ਦੀ ਚੇਅਰਮੈਨ ਸੀ ਨਾ, CEO ਸੀ, ਸੌਰੀ, ਉਹਨੇ ਆਪਣੇ ਮੁੰਡੇ ਨੂੰ ਚੈਰਿਟੀ ਫੰਡ ਦੇ ਵਿੱਚੋਂ ਨਵੀਂ ਕਾਰ ਲੈ ਕੇ ਦੇ ਦਿੱਤੀ। ਦੇਖੋ ਡਾਕਟਰ ਸਾਹਿਬ, ਜਦੋਂ ਚੈਰਿਟੀਜ਼ ਸ਼ੁਰੂ ਹੁੰਦੀਆਂ ਨੇ ਉਦੋਂ ਤੇ ਇਹੀ ਕਹਿੰਦੇ ਆ ਵੀ ਇਹ ਲੋਕਾਂ ਦੀ ਮਦਦ ਦੇ ਲਈ ਨੇ, ਪਰ ਜਦੋਂ ਆਪਾਂ ਦੇਖਦੇ ਹਾਂ ਚੈਰਿਟੀ ਸ਼ੁਰੂ ਹੁੰਦੀ ਹੈ, ਫਿਰ ਉਹ ਗਰੋ ਹੁੰਦੀ ਆ, ਲੋਕਾਂ ਦੀ ਤਾਂ ਕੋਈ ਮਦਦ ਨਹੀਂ ਹੁੰਦੀ ਪਰ ਉਹਨਾਂ ਦੀ ਜ਼ਰੂਰ ਹੋ ਜਾਂਦੀ ਆ। ਉਹ ਹੱਸ ਦਿੰਦੇ, ਕਹਿੰਦੇ ਵੀ ਅਸੀਂ ਵੀ ਤਾਂ ਲੋਕ ਹੀ ਆ ਜੀ। ਜਿਹੜੇ ਚੈਰਿਟੀ ਵਾਲੇ ਜਿਹੜੇ ਖਾਂਦੇ ਆ, CEO ਬੈਠੇ ਖਾਂਦੇ ਆ, ਉਹਨਾਂ ਦੇ ਨਾਲ CFO ਬੈਠੇ, ਹੋਰ ਬੰਦੇ ਬੈਠੇ ਆ, ਉਹ ਵੀ ਤਾਂ ਲੋਕ ਹੀ ਆ ਨਾ ਜੀ। ਲੋਕਾਂ ਦੀ ਗਰੀਬੀ ਲਈ ਸ਼ੁਰੂ ਹੁੰਦੀਆਂ ਜਿਹੜੀਆਂ ਚੈਰਿਟੀਜ਼, ਲੋਕਾਂ ਦੀ ਗਰੀਬੀ ਨਹੀਂ ਦੂਰ ਹੁੰਦੀ, ਉਹਨਾਂ ਦੀ ਜ਼ਰੂਰ ਹੋ ਜਾਂਦੀ ਆ। ਉਹਨਾਂ ਦੀਆਂ ਚੰਗੀਆਂ ਮੋਟੀਆਂ ਤਨਖਾਹਾਂ ਆ। ਤੁਸੀਂ ਰੈੱਡ ਕਰਾਸ ਵੱਲ ਸਟੱਡੀ ਕਰਕੇ ਦੇਖ ਲਓ। ਸਭ ਤੋਂ ਪਹਿਲਾਂ ਤਾਂ ਜਿਹੜੇ ਇਹਨਾਂ ਦੇ CEO ਆ ਨਾ, ਉਹ ਬਹੁਤ ਵੱਡੀਆਂ ਕਾਰਪੋਰੇਸ਼ਨਾਂ ਦੇ ਬਰਾਬਰ ਆ। ਉਹ ਮਾੜੀ ਮੋਟੀ ਤਨਖਾਹ ਨਹੀਂ ਹੈ।
ਫਿਰ ਦੇਖੋ ਜਿਹੜੇ ਬੰਦੇ ਇਹਨਾਂ ਨੇ ਰੱਖੇ ਆ ਉਹਨਾਂ ਦੇ ਕਈ ਮਿਲੀਅਨ ਡਾਲਰ ਖਰਚਦੇ ਆ। ਜੇ ਭੁਚਾਲ ਆ ਜਾਵੇ ਫਾਰ ਐਗਜ਼ਾਮਪਲ, ਤਾਂ ਇਹਨਾਂ ਨੇ ਭੁਚਾਲ ਲਈ ਸਭ ਤੋਂ ਪਹਿਲਾਂ ਤਾਂ ਫੂਡ ਦੇਣਾ ਹੁੰਦਾ। ਉਹਦੇ 'ਚ ਕਿਹਨਾਂ ਠੇਕਾ ਕਰੋਗੇ ਤੁਸੀਂ? ਕਿਸੇ ਕੰਪਨੀ ਨਾਲ ਹੀ ਕਰੋਗੇ ਜਿਹੜਾ ਇੰਨਾ ਫੂਡ ਲੈ ਕੇ ਜਾਣਾ ਪੈਂਦਾ। ਹਾਂਜੀ। ਫਿਰ ਉਹਨਾਂ ਨੂੰ ਤੰਬੂ ਦੇਣੇ ਪੈਂਦੇ, ਉਹ ਵੀ ਕਿਸੇ ਕੰਪਨੀ ਨਾਲ ਠੇਕਾ ਕਰੋਗੇ। ਹਾਂਜੀ। ਉਹਨਾਂ ਦੇ ਵਿੱਚੋਂ ਪੈਸੇ ਖੱਟਦੇ। ਜਿਹੜੇ ਬੰਦੇ ਨੇ ਇਹ ਕਹਿਣਾ ਹੋਵੇ ਕਿ ਸਾਨੂੰ 10,000 ਤੰਬੂ ਚਾਹੀਦਾ ਇੱਥੇ, ਉਹ ਫਿਰ ਨੈਗੋਸ਼ੀਏਟ ਤਾਂ ਕਰੂਗਾ ਹੀ ਜੀ ਕਿ ਮੈਨੂੰ ਕਿੰਨੇ ਦੇਣੇ ਪਿੱਛੋਂ। ਤੇ ਜੇ ਇਸ ਕੰਪਨੀ ਨੇ 10,000 ਤੰਬੂ ਸਪਲਾਈ ਕਰਨਾ ਤਾਂ ਉਹਨੇ ਦੇਖੋ ਕਿੰਨੇ ਪੈਸੇ ਬਣਾਉਣੇ ਆ। ਤਾਂ 10% 10% ਨੂੰ ਦੇਣ ਦਾ ਕੋਈ ਫਰਕ ਨਹੀਂ ਪੈਂਦਾ। ਹਾਂਜੀ। ਤੇ ਇਸ ਤਰ੍ਹਾਂ ਇਹ ਚੈਰਿਟੀਜ਼ ਕਰਦੀਆਂ। ਬਾਕੀ ਇਹ ਜਾਂਦੀਆਂ ਵੀ ਉੱਥੇ ਆ ਜਿਹੜੇ ਖਾਸ ਤੌਰ ਤੇ ਲੋਅਰ ਲੈਵਲ ਦੇ ਬੰਦੇ ਆ, ਉਹ ਤਾਂ ਹੋ ਸਕਦਾ ਵਿਚਾਰੇ ਮਨ ਉਹਨਾਂ ਦੇ ਹੋਵੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ। ਹੁਣ ਸਾਡੇ ਵੀ ਇੱਥੇ ਜੇ ਕਿਸੇ ਨੇ ਖੋਲ੍ਹੀ ਹੋਵੇ ਨਾ ਕੋਈ ਚੈਰਿਟੀ ਖੋਲ੍ਹੀ ਹੋਵੇ, ਲੰਗਰ ਦੀ ਲੈ ਲਓ, ਲੰਗਰ ਦੀ ਚੈਰਿਟੀ ਖੋਲ੍ਹ ਕੇ ਤੁਸੀਂ ਕਹੋ ਵੀ ਫਲਾਣੇ ਕੌਨਫਲਿਕਟ ਦੇ ਵਿੱਚ ਅਸੀਂ ਲੰਗਰ ਚਲਾਉਣਾ, ਉਹ ਲੰਗਰ ਚਲਾਉਣ 'ਚ CEO ਤੇ ਵੱਡਿਆਂ ਨੇ ਉੱਪਰ ਵਾਲਿਆਂ ਨੇ ਤਾਂ ਜਾਣੇ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ। ਉਹ ਤਾਂ ਧਮਾਤੜ ਬੰਦੇ ਫੜ ਕੇ ਜਿਹੜੇ ਐਕਚੁਅਲੀ ਬਲੀਵ ਕਰਦੇ ਆ, ਜਿਹੜੇ ਯਕੀਨ ਕਰਦੇ ਆ ਹਿਊਮੈਨਿਟੀ 'ਚ, ਜਿਹੜੇ ਜਿਨ੍ਹਾਂ ਨੂੰ ਇਨਸਾਨੀਅਤ ਦੇ ਨਾਲ ਦਰਦ ਆ, ਉਹ ਉੱਥੇ ਬਾੜ ਦੇਣੇ। ਉਹਨਾਂ ਜੋ ਮਰਨ ਚਾਹੇ ਨਾ ਮਰਨ, ਉਹਨਾਂ ਦਾ ਕੋਈ ਫਿਕਰ ਨਹੀਂ ਉਹਨਾਂ ਨੂੰ। ਪਰ ਬੰਦੇ ਤਾਂ ਉਹ ਜਾਂਦੇ ਨਾ ਰੈੱਡ ਕਰਾਸ ਦੇ ਨਾਲ ਵੀ, ਉਹ ਥੱਲੇ ਵਾਲੇ ਤਾਂ ਉਹੀ ਆ। ਹਾਂਜੀ। ਜਿਹੜੇ ਇਹਨਾਂ ਦੇ CEO ਆ, ਇਹਨਾਂ ਦੇ ਵੱਡੇ ਵੱਡੇ ਮੈਨੇਜਰ ਬੈਠੇ ਆ, ਉਹ ਤਾਂ ਚੱਕਰ ਮਾਰਨ ਜਾਂਦੇ ਆ ਜੀ। ਉਹ ਚੱਕਰ ਮਾਰ ਕੇ ਗੇੜਾ ਜਿਹਾ ਮਾਰਨ, ਜਿੱਦਾਂ ਸਾਡੇ ਨਹੀਂ ਜਾਂਦੇ ਹੁੰਦੇ, ਕਹਿੰਦੇ ਹੁੰਦੇ ਇਹ ਮਤਲਬ ਹੁਣ ਤਾਂ ਹੀ ਬਣਿਆ ਆ ਪ੍ਰਾਈਮ ਮਿਨਿਸਟਰ ਆਊਗਾ ਜੇ ਤੁਹਾਡੇ ਹੜ੍ਹ ਆ ਰਹੇ ਆ, ਉਹ ਕਹਿੰਦੇ ਨੇ ਹੈਲੀਕਾਪਟਰ ਨਾਲ ਦੌਰਾ ਕੀਤਾ। ਹਾਂਜੀ। ਇਹ ਪਤਾ ਨਹੀਂ ਕਿਵੇਂ ਗੱਲ ਸ਼ੁਰੂ ਕੀਤੀ ਆ ਵੀ ਹੁਣ ਤਾਂ ਇੰਨੀ ਪੁਰਾਣੀ ਗੱਲ ਹੋ ਚੁੱਕੀ ਆ, ਲੋਕਾਂ ਨੂੰ ਪਤਾ ਆ ਵੀ ਥੱਲੇ ਦਾ ਲੋਕੀ ਮਰ ਰਹੇ ਆ, ਲੋਕੀ ਹਫੜਾ ਦਫੜੀ ਮਚੀ ਆ, ਬਚਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਉਹ ਹੈਲੀਕਾਪਟਰ ਰਾਹੀਂ ਤੁਰੇ ਫਿਰਦੇ ਆ। ਇਹ ਹੈਲੀਕਾਪਟਰ ਨਾਲ ਜਾਣ ਦੀ ਲੋੜ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ ਵੀ ਹੜ੍ਹਾਂ ਦੇ ਨਾਲ ਬੰਦੇ ਮਰ ਜਾਂਦੇ ਜੀ। ਤੁਸੀਂ ਇਹੀ ਦੇਖਣਾ ਚਾਹੁੰਦੇ ਆ ਕਿ ਹੜ੍ਹ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ। ਉਹ ਨੁਕਸਾਨ ਵਾਲੇ ਤਾਂ ਉਹ ਥੱਲੇ ਵਾਲੇ ਦੱਸ ਦਿੰਦੇ। ਹਾਂਜੀ। ਤੁਹਾਨੂੰ ਹੈਲੀਕਾਪਟਰ ਲੈਣ ਦੀ ਲੋੜ ਨਹੀਂ ਜਾਣ ਦੀ ਉੱਪਰ। ਸ਼ਹਬਾਜ਼ ਸ਼ਰੀਫ ਹੁਣੀ ਪਾਕਿਸਤਾਨ ਦੇ ਵਿੱਚ ਹੜ੍ਹ ਆਇਆ ਤਾਂ ਉਹ ਹੈਲੀਕਾਪਟਰ ਲੈ ਕੇ ਜਾਂਦੇ ਸੀ। ਮੈਂ ਕਿਹਾ ਦੱਸੋ ਇਹਨਾਂ ਨੂੰ ਵੀ ਇਹਨਾਂ ਨੂੰ ਇੱਕ ਪਾਸੇ ਬਿਠਾ ਕੇ ਪੁੱਛੋ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਵੀ ਹੜ੍ਹ ਦੇ ਨਾਲ ਬੰਦੇ ਮਰ ਜਾਂਦੇ ਹੁੰਦੇ ਜੀ। ਜੇ ਲੋੜ ਆ ਤਾਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਦਰਿਆ ਦੇ ਨਾਲ ਨਾਲ ਹੁੰਦੇ, ਉਹਨਾਂ ਨੂੰ ਪੁੱਛ ਕੇ ਦੇਖ ਲਓ। ਰੁੜੇ ਜਾਂਦੇ ਬੰਦੇ ਤੁਹਾਨੂੰ ਦੱਸ ਪੈਂਦੇ ਆ, ਲੋਕਾਂ ਨੇ ਵੀਡੀਓ ਬਣਾਈਆਂ ਆ ਉਹਨਾਂ ਨੇ। ਹਾਂਜੀ। ਤਾਂ ਉਹ ਸ਼ਹਬਾਜ਼ ਸ਼ਰੀਫ ਨੇ ਉੱਤੇ ਜਾ ਕੇ ਹੈਲੀਕਾਪਟਰ, ਫਿਰ ਦੇਖਿਓ ਤੁਸੀਂ ਪੰਜਾਬ ਦੇ ਵਿੱਚ ਇੱਧਰ ਉੱਧਰ ਹਿੰਦੁਸਤਾਨ ਦੇ ਵਿੱਚ ਤਾਂ ਇਹ ਗੱਲ ਮੰਨੀ, ਇੱਥੇ ਵੀ ਇਹੀ ਆ। ਇੱਥੇ ਇਹ ਬਹੁਤ ਕਈ 100 ਸਾਲ ਮਤਲਬ ਕਈ ਦਹਾਕੇ ਪਹਿਲਾਂ ਕਿਸੇ ਨੇ PR ਬਣਾਇਆ ਆ ਵੀ ਤੁਸੀਂ ਉੱਤੇ ਦੀ ਜਾਣਾ ਹੈ ਹੈਲੀਕਾਪਟਰ ਲੈ ਕੇ। ਸਾਡੇ ਵੀ ਪ੍ਰੀਮੀਅਰ ਜਾਂਦਾ ਹੁੰਦਾ ਕਿ ਫਲਾਣੇ ਥਾਂ ਅੱਗਾਂ ਲੱਗੀਆਂ, ਮੈਂ ਉੱਪਰ ਦੀ ਜਾਣਾ ਹੈਲੀਕਾਪਟਰ। ਅੱਗ ਤਾਂ ਵੈਸੇ ਹੀ ਦੱਸ ਪੈਂਦੀ ਆ, ਹੈਲੀਕਾਪਟਰ ਤਾਂ ਨਹੀਂ ਦੱਸਦੀ, ਚੰਗੀ ਤਰ੍ਹਾਂ ਦੱਸਦੀ ਹੈ ਜੇ ਕਾਰ 'ਚ ਜਾਵੇ ਤਾਂ। ਹਾਂਜੀ। ਜੇ ਤੁਸੀਂ ਐਕਚੁਅਲੀ ਦੇਖਣੀ ਹੈ ਲਾਗੇ ਜਾ ਕੇ ਦੇਖੋ, ਫਿਰ ਤੁਹਾਨੂੰ ਸੇਕ ਵੀ ਲੱਗੇ ਥੋੜਾ ਜਿਹਾ ਜੀ। ਤੇ ਉਹਦੇ ਵਿੱਚ ਹੈਲੀਕਾਪਟਰ ਦਾ ਕੀ ਕੰਮ ਹੈ? ਚੈਰਿਟੀਜ਼ ਬਹੁਤੀਆਂ ਜਿਹੜੇ ਨਖਰੇ ਜ਼ਿਆਦਾ ਕਰਦੀਆਂ, ਜਿਹਦੇ ਰੈੱਡ ਕਰਾਸ ਆ ਸਭ ਤੋਂ ਪਹਿਲਾਂ। ਇੱਕ ਤਾਂ ਇਹਨਾਂ ਦਾ ਹੈਗਾ ਆ ਵੀ ਕ੍ਰਿਸਚੀਅਨਿਟੀ ਨੂੰ ਪ੍ਰਮੋਟ ਕਰਨਾ ਸੀ। ਦੂਜਾ ਹੈਗਾ ਵੀ ਜਿਹੜੇ ਇਹਨਾਂ ਦੇ ਕੋਲ ਵੱਡੇ ਵੱਡੇ ਬੰਦੇ ਬੈਠੇ ਆ, ਪ੍ਰਿੰਸ ਚਾਰਲਸ ਨੇ ਆਪਣੀ ਬਣਾਈ ਹੈ। ਹਰੇਕ ਹੀ ਮੋਟਾ ਜਿਹੜਾ ਬੰਦਾ ਹੈ ਨਾ, ਇੱਕ ਤਾਂ ਬਣਾਈ ਆ ਇਹਨਾਂ ਨੂੰ ਜਿਹੜਾ ਟੈਕਸ ਡਿਡਕਸ਼ਨ ਮਿਲਦੀਆਂ ਹੈ, ਦੂਸਰਾ ਇਹਨਾਂ ਨੇ ਆਪਣੇ ਬੰਦੇ ਉੱਥੇ ਭਰਤੀ ਕਰਨੇ ਹੁੰਦੇ। ਤੇ ਫਿਰ ਥੋੜੀ ਬਹੁਤੀ ਜਿਹੜੀ ਚੈਰਿਟੀ ਕਰਦੇ ਆ, ਉਹਨਾਂ ਅਗਲੇ ਦੀ ਪਬਲਿਕ ਰਿਲੇਸ਼ਨ ਇਹਨਾਂ ਦੀ ਜ਼ਿਆਦਾ ਹੁੰਦੀ ਹੈ ਜੀ। ਜੇ ਤਾਂ ਹੋਵੇ ਚੈਰਿਟੀ ਇਕੱਲੀ, ਤੁਸੀਂ ਜਾਣਦੇ ਆ ਕਿਸੇ ਨਾਲ ਆਪਣੇ ਕਹਿੰਦੇ ਨੇ ਗੀਤਾ 'ਚ ਕਹਿੰਦੇ ਵੀ ਜੇ ਤੁਸੀਂ ਚੰਗਾ ਕੰਮ ਕਰਕੇ ਵੀ ਤੁਹਾਡੇ ਮਨ ਦੇ ਵਿੱਚ ਆ ਗਿਆ ਕਿ ਮੈਂ ਚੰਗਾ ਕੰਮ ਕੀਤਾ, ਇਹਦਾ ਮਤਲਬ ਕੁਛ ਨਹੀਂ ਕੀਤਾ ਤੁਸੀਂ। ਹਾਂਜੀ। ਨੇਕੀ ਕਰ ਔਰ ਕੁਏ ਮੇਂ ਡਾਲਣਾ। ਜੀ ਡਾਕਟਰ ਸਾਹਿਬ, ਪਰ ਅੱਜ ਕੱਲ ਤਾਂ ਨੇਕੀ ਕਰਕੇ ਲੋਕੀ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ
ਕੋਈ ਥੋੜਾ ਜਿਹਾ ਵੀ ਕੰਮ ਕਰੇ ਨਾ, ਕਿਸੇ ਦੀ ਵੈਸੇ ਨਾ ਕੋਈ ਹੈਲਪ ਕਰ ਦੇਵੇ। ਮੈਂ ਬਹੁਤ ਦੇਖਿਆ ਇੱਥੇ ਸਮਾਜ ਸੇਵੀ ਬਹੁਤ ਵੱਡੇ ਵੱਡੇ ਆਪਣੇ ਨਾਂ ਚਮਕਾਉਂਦੇ ਆ। ਤੁਹਾਨੂੰ ਪਤਾ ਜੇ ਉਹ ਕਿਸੇ ਭੁੱਖੇ ਬੱਚੇ ਨੂੰ ਰੋਟੀ ਖਵਾ ਦਿੰਦੇ ਨੇ, ਹਰ ਇੱਕ ਨਿਊਜ਼ਪੇਪਰ ਦੇ ਵਿੱਚ ਆਪਣੀ ਖਬਰ ਪੈਸੇ ਦੇ ਕੇ ਲਵਾਉਣਗੇ ਪਹਿਲੇ ਨੰਬਰ ਤੇ। ਉਹ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਆਏ ਕਰਨਗੇ, ਪਤਾ ਨਹੀਂ ਵੀ ਕੀ ਉਹਨਾਂ ਨੇ ਕਰ ਦਿੱਤਾ, ਕੀ ਉਹ ਰੱਬ ਬਣ ਗਏ। ਇਹ ਹੈਗਾ ਆਪਣੇ ਗੁੱਡਵਿਲ ਲਈ ਕਿ ਮੈਨੂੰ ਲੋਕੀ ਬਹੁਤ ਭਗਵਾਨ ਸਮਝਣ ਨਾ। ਕਈ ਲੋਕੀ ਤਾਂ ਆਪਣੇ ਆਪ ਨੂੰ ਆਪ ਹੀ ਸਮਾਜ ਸੇਵੀ ਕਹਿੰਦੇ ਆ ਨਾ। ਇੱਕ ਤਾਂ ਹੁੰਦਾ ਵੀ ਲੋਕ ਕਹਿੰਦੇ ਟਾਈਟਲ ਵੀ ਹੈਗਾ ਨਾ। ਹਾਂਜੀ ਹਾਂ, ਟਾਈਟਲ ਆਇਆ। ਜਿੱਦਾਂ ਇੱਕ ਪੰਜਾਬ ਦੇ ਵਿੱਚ ਮੈਂ ਦੇਖਦਾ, ਮੈਂ ਬੰਦੇ ਨੂੰ ਉਸ ਨੂੰ ਮਿਲਿਆ ਸੀ ਪਟਿਆਲੇ। ਉਹਨੇ ਆਪਣੀ ਸੰਸਥਾ ਜੀ ਬਣਾਈ ਆ। ਕਦੇ ਮੇਰਾ ਖਿਆਲ ਨਹੀਂ ਉਹਨੇ ਪੈਸਾ ਕੋਲੋਂ ਖਰਚਿਆ, ਪਰ ਉਹਨੇ ਅਖਬਾਰ ਦੇ ਵਿੱਚ ਜ਼ਰੂਰ ਲਾਇਆ ਹੁੰਦਾ ਕਿ ਇਹਦੀ ਮਦਦ ਦੇ ਨਾਲ ਫਲਾਣਾ ਬੰਦੇ ਨੂੰ ਆਹ ਕੁਛ ਹੋ ਗਿਆ। ਮੈਨੂੰ ਤਾਂ ਇਹੀ ਪਤਾ ਲੱਗਿਆ ਸੀ ਮਿਲੀਟੈਂਸੀ ਵੇਲੇ ਨਾ ਉਹ ਜਿਹੜੇ ਆ ਲੁੱਟਦੇ ਫਿਰਦੇ ਸੀ ਲੋਕਾਂ ਨੂੰ, ਉਹਨਾਂ ਦੇ ਨਾਲ ਹੁੰਦਾ ਸੀ। ਉਦੋਂ ਲੁੱਟਾਂ ਖੋਹਾਂ ਦੇ ਵਿੱਚ ਉਹ ਬੰਦਾ ਹੁੰਦਾ ਸੀ, ਤੇ ਹੁਣ ਉਹ ਚੈਰਿਟੀ ਖੋਲ ਕੇ ਬੈਠਾ। ਚੈਰਿਟੀ ਵੀ ਅਖਬਾਰ ਦੇ ਵਿੱਚ ਆਉਣ ਨੂੰ ਜੀ, ਤੇ ਉਸ ਤੋਂ ਵੱਧ ਉਹਦਾ ਕੋਈ ਕੰਮ ਨਹੀਂ ਜੀ। ਬਿਲਕੁਲ ਇਹ ਉੱਥੇ ਵੀ ਆ, ਇੱਥੇ ਵੀ ਆ। ਚੈਰਿਟੀ ਸਾਰੀਆਂ ਹੈਗਾ। ਹੁਣ ਆ ਜਿਹੜੇ ਬੰਦਿਆਂ ਨੂੰ ਦੇਖੋ ਕਿੰਨੀਆਂ ਚੈਰਿਟੀਜ਼ ਨੇ ਕਿੰਨੇ ਪੈਸੇ ਬਣਾਏ ਇੱਥੇ। ਆ ਫਲੱਡ ਆਇਆ ਸੀ ਪਿਛਲੇ ਸਾਲ। ਹਾਂਜੀ, ਤੇ ਜਿਨ੍ਹਾਂ ਦੇ ਆਇਆ ਸੀ ਉਹ ਬੇਘਰ ਉਦਾਂ ਹੀ ਬੈਠੇ। ਹਾਂਜੀ, ਉਹ ਤਾਂ ਹੁਣ ਤੱਕ ਵੀ ਰੌਲਾ ਪਾ ਰਹੇ ਆ। ਤੇ ਜਿਨ੍ਹਾਂ ਦੇ ਨਹੀਂ ਆਇਆ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਉਹਨਾਂ ਨੇ ਇੱਕ ਘਰ ਹੋਰ ਬਣਾ ਲਿਆ ਹੁਣ। ਹਾਂਜੀ, ਇਹ ਚੈਰਿਟੀ ਤਾਂ ਹੈਗੀ ਆ ਨਾ ਕਿ ਲੋਕਾਂ ਦੀ, ਮਤਲਬ ਚੈਰਿਟੀ ਨੇ ਕਿਸੇ ਨੂੰ ਤਾਂ ਫਾਇਦਾ ਕੀਤਾ ਨਾ। ਹਾਂਜੀ ਹਾਂ, ਜਿਨ੍ਹਾਂ ਲਈ ਕਿਹਾ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ। ਬਸ ਉਹਨਾਂ ਤਾਂ ਨਾਲ ਹੀ ਪ੍ਰਚਾਰ ਹੀ ਕੀਤਾ ਸੀ ਨਾ, ਤੇ ਉਹਨਾਂ ਨੇ ਪੈਸੇ ਜ਼ਰੂਰ ਇਕੱਠੇ ਕੀਤੇ ਸੀ, ਪਰ ਫਾਇਦਾ ਜਿਹੜਾ ਹੈਗਾ ਆਪਣਾ ਹੋ ਗਿਆ ਉਹਨਾਂ ਦਾ। ਸੋ ਪ੍ਰਿੰਸ ਚਾਰਲਸ ਨੇ ਵੀ ਜਿਹੜੇ ਪੈਸੇ ਇਕੱਠੇ, ਪਹਿਲਾਂ ਤਾਂ ਸੋਰਸਸ ਦੇਖਣਾ ਕਿ ਇਹਨਾਂ ਨੂੰ ਪੈਸੇ ਦਿੰਦਾ ਕੌਣ ਆ। ਹਾਂਜੀ, ਜਿਸ ਫੈਮਿਲੀ ਨੂੰ ਤੁਸੀਂ ਕਹਿੰਦੇ ਕਿ ਇਹ ਮਾਰਦੇ ਫਿਰਦੇ ਆ, ਉਸੇ ਹੀ ਫੈਮਿਲੀ ਤੋਂ ਤੁਸੀਂ ਪੈਸੇ ਲੈ ਰਹੇ ਜੀ। ਉਸੇ ਹੀ ਫੈਮਿਲੀ ਦੇ ਨਾਲ ਇਹਨਾਂ ਦੀ ਇਨਵੈਸਟਮੈਂਟ ਚੱਲਦੀ ਹੁੰਦੀ ਸੀ ਜਾਰਜ ਬੁਸ਼ ਦੀ। ਇਹਨਾਂ ਨੇ ਉਹ ਕੰਪਨੀ ਬੰਦ ਕਰਤੀ, ਉਹਦੀ ਵੈਬਸਾਈਟ ਬੰਦ ਕਰਤੀ 9/11 ਤੋਂ ਬਾਅਦ। ਹਾਂਜੀ ਡਾਕਟਰ ਸਾਹਿਬ, ਗੱਲ ਕਰਦੇ ਹਾਂ ਜੀ ਹੁਣ ਆਪਾਂ US ਹਾਊਸ ਆਫ ਰੈਪਰੈਜ਼ੈਂਟੇਟਿਵ ਸਪੀਕਰ ਨੈਂਸੀ ਪੈਲੋਸੀ ਦੀ ਏਸ਼ੀਆ ਟ੍ਰਿਪ ਬਾਰੇ। ਜਦੋਂ ਨਾ ਉਹਨਾਂ ਦੀ ਆਇਟਨਰੀ ਰਿਲੀਜ਼ ਹੋਈ ਤਾਂ ਉਹਦੇ ਵਿੱਚ ਤਾਇਵਾਨ ਦਾ ਕਿਤੇ ਜ਼ਿਕਰ ਨਹੀਂ ਸੀ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਨੈਂਸੀ ਪੈਲੋਸੀ ਨੇ ਪਹਿਲਾਂ ਜਦੋਂ ਅਨਾਉਂਸ ਕੀਤਾ ਸੀ, ਪਹਿਲਾਂ ਉਹ ਇਸ ਕਰਕੇ ਕੀਤਾ ਸੀ ਤਾਇਵਾਨ ਦਾ ਸਕੈਜੂਲ ਉਹਨਾਂ ਨੇ ਕਿਹਾ ਸੀ ਨਾਲ ਹੈ ਮੇਰੇ। ਹਾਂਜੀ, ਤੇ ਉਹ ਇਸ਼ੂ ਆ ਗਈ ਹੈ ਕਿ ਤਾਇਵਾਨ ਨੂੰ ਕਿਉਂ ਇਨਕਲੂਡ ਕੀਤਾ ਗਿਆ। ਹਾਲਾਂਕਿ ਚਾਈਨਾ ਨੇ ਆਬਜੈਕਸ਼ਨ ਲਾਇਆ ਕਿ ਤੁਸੀਂ ਇਸ ਲੈਵਲ ਦੀਆਂ ਵਿਜ਼ਿਟ ਨਹੀਂ ਕਰ ਸਕਦੇ, ਕਿ ਤਾਇਵਾਨ ਇੰਡੀਪੈਂਡੈਂਟ ਨਹੀਂ, ਉਹ ਸਮਝਦੇ ਆ ਹਾਂਜੀ ਕਿ ਸਾਡਾ ਤਾਇਵਾਨ ਇੱਕ ਹਿੱਸਾ ਆ। ਤੇ ਨੈਂਸੀ ਪੈਲੋਸੀ ਨੇ ਕਿਉਂ ਕਿਹਾ? ਦੋ ਕਾਰਨ ਆ। ਇੱਕ ਤਾਂ ਅੰਦਰੂਨੀ ਕਾਰਨ ਹੈ ਉਹਨਾਂ ਦਾ, ਮਤਲਬ ਜਿਹੜਾ ਕਿ ਇਹਨਾਂ ਦੀ ਪੋਲਿਟਿਕਸ ਦੇ ਨਾਲ ਸੰਬੰਧਿਤ ਹੈ, ਜੋ ਕੁਝ ਹੋ ਰਿਹਾ US ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਪਰਸਨਲ ਹੈ ਉਹਦਾ। ਦੋ ਗੱਲਾਂ ਅਲੱਗ-ਅਲੱਗ ਦੇਖਣੀ ਚਾਹੀਦੀਆਂ। ਪਰਸਨਲ ਇਹ ਆ ਕਿ ਨੈਂਸੀ ਪੈਲੋਸੀ ਦੇ ਹਸਬੈਂਡ ਜਿਹੜੇ ਆ ਪੌਲ ਪੈਲੋਸੀ ਆ, ਉਹਨਾਂ ਤੇ ਹਾਲੇ ਹੁਣ ਜਾਈ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਚਾਰਜ ਲੱਗਾ ਸੀ। ਅੱਛਾ, ਉਹ ਮਾਮਲਾ ਹਾਲੇ ਹਟਿਆ ਹੀ ਆ ਥੋੜਾ ਜਿਹਾ, ਕਿਉਂਕਿ ਹੋਰ ਖਬਰਾਂ, ਇਹ ਨਹੀਂ ਵੀ ਮਾਮਲਾ ਹਟ ਗਿਆ ਹੈ, ਪਰ ਖਬਰਾਂ ਹੋਰ ਤਰੀਕੇ ਨਾਲ ਆਉਣ ਲੱਗ ਪਈਆਂ ਨੇ। ਖਬਰ ਕਿੰਨਾ ਕੁ ਚਿਰ ਚੱਲੂ ਜਾਂ? ਹਾਂਜੀ, ਤੁਸੀਂ ਖਬਰ ਅੱਜ ਚੱਲਦੀ ਆ, ਕੱਲ ਨੂੰ ਕੋਈ ਹੋਰ ਆ ਜਾਂਦੀ ਹੈ, ਪਰਸੋਂ ਨੂੰ ਕੋਈ ਹੋਰ ਆ ਜਾਂਦੀ ਹੈ, ਤਾਂ ਜੇ ਹੋਰ ਨਾ ਹੋਵੇ ਤਾਂ ਜੋ ਬਾਈਡਨ ਦੀ ਕੋਈ ਆ ਜਾਂਦੀ ਹੈ। ਹਾਂਜੀ ਡਾਕਟਰ ਸਾਹਿਬ, ਜ਼ਰੂਰ ਉਹਨਾਂ ਨਾਲ ਜ਼ਿਆਦਾ ਧਿਆਨ ਜਾਂਦਾ ਲੋਕਾਂ ਦਾ। ਹਾਂਜੀ, ਉਹਨਾਂ ਨੂੰ ਫਿਰ ਤੋਂ ਹੁਣ ਕੋਵਿਡ ਹੋਇਆ ਨਾ, ਦੁਬਾਰਾ ਫਿਰ ਕੋਵਿਡ ਹੋ ਗਿਆ। ਮਤਲਬ ਇਹ ਇਦਾਂ ਦੀਆਂ ਨਿਊਜ਼ ਆਉਂਦੀਆਂ ਰਹੀਆਂ ਨਾ। ਹਾਂਜੀ, ਤਾਂ ਪੌਲ ਪੈਲੋਸੀ ਬਚ ਗਿਆ ਇਸ ਗੱਲ ਤੋਂ। ਅੱਛਾ, ਫਿਰ ਉਹਨਾਂ ਨੇ ਪਿਛਲੇ ਹਫ਼ਤੇ ਇੱਕ ਸਟਾਕ ਮਾਰਕੀਟ ਦੇ ਵਿੱਚ ਸਟਾਕ ਖਰੀਦੇ ਆ ਚਿਪਸ ਇੰਡਸਟਰੀ ਦੇ ਵਿੱਚ, ਤੇ ਉਹਦੇ ਵਿੱਚ ਉਹ ਤੇ ਪਤਾ ਰੌਲਾ ਪਿਆ ਕਿ ਕਾਂਗਰਸ ਨੇ 52,000 ਮਿਲੀਅਨ ਦਾ ਇੱਕ ਬਜਟ ਪੇਸ਼ ਕੀਤਾ ਜਿਹੜਾ ਉਹਨਾਂ ਨੂੰ ਮਦਦ ਦੇਣੀ ਹੈ ਚਿਪਸ ਇੰਡਸਟਰੀ ਨੂੰ। ਤੇ ਉਹਦੇ ਵਿੱਚ ਜਿਹੜੇ ਸਟਾਕ 'ਚ ਤੁਸੀਂ ਉਸੇ ਹੀ ਇੰਡਸਟਰੀ ਦੇ ਸਟਾਕ ਖਰੀਦ ਰਹੇ। ਹੁਣ ਮੀਡੀਆ ਨੇ ਉਦੋਂ ਹੀ ਪੁੱਛਣਾ ਸ਼ੁਰੂ ਕਰਤਾ ਕਿ ਨੈਂਸੀ ਪੈਲੋਸੀ ਨੇ ਇਹਨੂੰ ਦੱਸਿਆ ਸੀ
ਕਿਉਂਕਿ ਇਹ ਵੱਡੀ ਗੱਲ ਹੈ ਕਿ ਲਾਅ ਮੇਕਰ ਜਿਹੜੇ ਆ, ਕਾਨੂੰਨ ਦੇ ਘਾੜੇ ਆ, ਜੇ ਉਹਨਾਂ ਨੇ ਬਜਟ ਪੇਸ਼ ਕਰਨਾ ਹੁੰਦਾ ਜਾਂ ਕੋਈ ਬਿੱਲ ਪਾਸ ਕਰਨਾ ਹੁੰਦਾ, ਇਹਦੀ ਇਨਫੋਰਮੇਸ਼ਨ ਬਾਹਰ ਨਹੀਂ ਨਿਕਲਣੀ ਚਾਹੀਦੀ। ਹਾਂਜੀ। ਹੁਣ ਇਸ ਵੇਲੇ ਕਾਂਗਰਸ ਦੇ ਆਪਣੇ ਬੰਦੇ ਜਿਹੜੇ ਆ ਉਹ ਸਟਾਕ ਨਹੀਂ ਖਰੀਦ ਸਕਦੇ, ਉਹਨਾਂ ਤੇ ਪਾਬੰਦੀ ਲਾਈ ਹੈ। ਹੁਣ ਉਹਨਾਂ ਦੇ ਹਸਬੈਂਡ ਅੱਜ ਤਾਈਂ ਇਹ ਕਿਹਾ ਗਿਆ ਕਿ ਉਹਨਾਂ ਦੇ ਆਪ ਨਾ ਖਰੀਦਣ, ਉਹਨਾਂ ਦੇ ਪਰ ਸਪਾਊਸ ਖਰੀਦ ਲੈਣ, ਹਸਬੈਂਡ ਖਰੀਦ ਲਵੇ, ਵਾਈਫ ਖਰੀਦ ਲਵੇ। ਤਾਂ ਬਹੁਤਿਆਂ ਦੇ ਇਦਾਂ ਹੀ ਕਰਦੇ ਆ, ਆਪ ਤਾਂ ਖਰੀਦ ਨਹੀਂ ਸਕਦੇ, ਉਹ ਉਹਨਾਂ ਦੇ ਹਸਬੈਂਡ ਖਰੀਦ ਲੈਂਦੇ, ਵਾਈਫ ਖਰੀਦ ਲੈਂਦੀ ਹੈ, ਬੱਚੇ ਖਰੀਦ ਲੈਂਦੇ। ਤੇ ਇਹਨਾਂ ਦੇ ਹਸਬੈਂਡ ਨੇ ਉਸ ਵੇਲੇ ਖਰੀਦੇ ਜਿਸ ਵੇਲੇ 52,000 ਮਿਲੀਅਨ ਉਹਨਾਂ ਨੇ ਚਿਪਸ ਇੰਡਸਟਰੀ ਨੂੰ ਦੇਣਾ ਸੀ, ਕਾਂਗਰਸ ਨੇ ਲਾਅ ਪਾਸ ਕਰਨਾ ਸੀ। ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਸ ਵੇਲੇ ਚੜ੍ਹਨ ਲੱਗਾ ਸਟਾਕ, ਹੁਣ ਲੈਣ ਦੀ ਲੋੜ ਆ। ਹੁਣ ਉਹਨਾਂ ਨੇ ਸਵਾਲ ਆ ਗਿਆ ਕਿ ਕਾਂਗਰਸ ਦੇ ਤੁਸੀਂ ਹਾਊਸ ਦੇ ਸਪੀਕਰ ਹੈ, ਤੁਹਾਨੂੰ ਸਾਰਾ ਕੁਝ ਪਤਾ ਆ ਵੀ ਕਿਸ ਦਿਨ ਲਾਅ ਪਾਸ ਹੋਣਾ ਹੈ, ਕੀ ਤੁਸੀਂ ਇਹਨਾਂ ਨੂੰ ਦੱਸਿਆ ਸੀ? ਹੁਣ ਇਹ ਪਿਛਲੇ ਹਫ਼ਤੇ ਦੀਆਂ ਮਤਲਬ ਕਾਫੀ ਦਿਨ ਦੀਆਂ ਇਹ ਖਬਰਾਂ ਆ ਰਹੀਆਂ। ਤਾਂ ਫਿਰ ਰਿਪਬਲਿਕਨਸ ਨੇ ਉਹ ਵੀ ਤਾਂ ਕਰਦੇ, ਤਾਂ ਵੈਸੇ ਉਹ ਵੀ ਇਦਾਂ ਹੀ ਹੋਣ, ਪਰ ਇਸ ਵੇਲੇ ਪਲੋਸੀ ਦੀ ਇਸ਼ੂ ਆਈ ਸੀ, ਉਹਨਾਂ ਨੇ ਇੱਕ ਲਾਅ ਪ੍ਰਪੋਜ਼ ਕਰਤਾ ਕਿ ਜਿਹੜਾ ਪੁਰਾਣਾ ਹੁੰਦਾ ਸੀ ਕਿ ਸਾਡੇ ਕਾਂਗਰਸ ਦੇ ਮੈਂਬਰ ਨਹੀਂ ਖਰੀਦ ਸਕਦੇ ਸਟਾਕ, ਹੁਣ ਅਸੀਂ ਨਾਲ ਲਾਉਣਾ ਕਿ ਕਾਂਗਰਸ ਦੇ ਮੈਂਬਰ ਤੇ ਉਹਨਾਂ ਦੇ ਸਪਾਊਸਸ, ਉਹਨਾਂ ਦੇ ਘਰ ਵਾਲੀ ਤੇ ਘਰ ਵਾਲਾ, ਉਹ ਵੀ ਨਹੀਂ ਖਰੀਦ ਸਕਦੇ। ਉਹ ਅਜੇ ਡਿਸਕਸ਼ਨ ਚੱਲਦੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਹੁਣ ਕੀ ਦੇਖੋ, ਇਸ ਖਬਰ ਵੱਲੋਂ ਧਿਆਨ ਹਟਾਉਣ ਲਈ ਕੁਛ ਨਾ ਕੁਛ ਤਾਂ ਕਰਨ ਦੀ ਲੋੜ ਹੈ ਨਾ। PR ਵਾਲੇ ਵੀ ਬੈਠੇ ਆ ਨੈਂਸੀ ਪਲੋਸੀ ਦੀ ਬਹੁਤ ਵੱਡੀ ਪੋਜੀਸ਼ਨ ਹੈ, ਹਾਊਸ ਦੀ ਸਪੀਕਰ ਹੈ। ਪ੍ਰੈਜ਼ੀਡੈਂਟ ਜੇ ਮਰ ਜਾਵੇ ਤਾਂ ਵਾਈਸ ਪ੍ਰੈਜ਼ੀਡੈਂਟ ਨੇ ਬਣ ਜਾਣਾ ਪ੍ਰੈਜ਼ੀਡੈਂਟ, ਜੇ ਦੋਏ ਮਰ ਜਾਣ ਤਾਂ ਤੀਜੀ ਪਲੋਸੀ ਆ ਬੈਠੀ ਜੀ। ਬਦ ਹੁੰਦਾ ਤਾਂ ਨਹੀਂ, ਪਰ ਕੀ ਪਤਾ ਹੁੰਦਾ ਕੀ ਹੋਣਾ ਇੱਥੇ ਦੁਨੀਆ ਦੇ ਵਿੱਚ। ਅਸੀਂ ਬਹੁਤ ਕੁਝ ਦੇਖਿਆ ਨਾ ਜੀ। ਸੋ ਤੀਸਰੇ ਨੰਬਰ ਤੇ ਉਹ ਪ੍ਰੈਜ਼ੀਡੈਂਟ ਬਣਨ ਲਈ ਬੈਠੀ ਹੈ, ਐਡੀ ਵੱਡੀ ਪੋਜੀਸ਼ਨ ਹੈ। ਉਹਨੂੰ ਕੰਟਰੋਵਰਸੀ ਆਈ ਸੀ, ਵਿਵਾਦ ਦੇ ਵਿੱਚ ਡੁੱਬ ਚੁੱਕੀ ਸੀ, ਔਰ ਫਿਰ ਉਹਨਾਂ ਦਿਨਾਂ ਦੇ ਵਿੱਚ ਜਾਣ ਬੁੱਝ ਕੇ ਇਹਨਾਂ ਨੇ ਨਾਂ ਲਿਆ ਤਾਇਵਾਨ ਦਾ, ਮੈਂ ਤਾਇਵਾਨ ਜਾਣਾ। ਉਸ ਵੇਲੇ ਚਾਈਨਾ ਨੇ ਰਿਐਕਸ਼ਨ ਦਿੱਤਾ ਵੀ ਕੋਈ ਐਡੇ ਵੱਡੇ ਅਹੁਦੇ ਵਾਲਾ ਆ ਰਿਹਾ ਤਾਇਵਾਨ ਦੇ ਵਿੱਚ, ਤਾਂ ਇਹ ਬੜੀ ਕੰਟਰੋਵਰਸ਼ੀਅਲ ਇਸ਼ੂ ਆ। ਵੈਸੇ ਬਾਤ ਵਾਲੀ ਆ ਵੀ ਤੁਸੀਂ ਤਾਂ ਇਹਨੂੰ ਆਪਣਾ ਹਿੱਸਾ ਸਮਝਦੇ ਆ, ਤੁਸੀਂ ਇਹਨੂੰ ਇੱਕ ਵੱਖਰਾ ਦੇਸ਼ ਟ੍ਰੀਟ ਕਰ ਰਹੇ। ਤਾਇਵਾਨ ਦੀ ਸਰਕਾਰ ਦੀ ਇਸ ਵੇਲੇ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਦੇਸ਼ ਉਹਨਾਂ ਨੂੰ ਮਾਨਤਾ ਦੇਣ। ਅਜੇ ਮਾਨਤਾ ਤਾਂ ਨਹੀਂ ਦਿੱਤੀ ਇਹਨਾਂ ਨੇ, ਉਹਨਾਂ ਨੇ ਮਾਨਤਾ ਪ੍ਰਾਪਤ ਕੀਤੀ ਹੈ ਥੋੜੇ ਜਿਹੇ ਪੈਸੇ ਦੇ ਕੇ ਛੋਟੇ ਛੋਟੇ ਮੁਲਕਾਂ ਤੋਂ ਜੀ। ਵੈਸੇ ਡਾਕਟਰ ਸਾਹਿਬ ਚਾਈਨਾ ਨੇ ਕਿਹਾ ਸੀ ਚੁੱਪ ਨਹੀਂ ਬੈਠਣਗੇ ਇਹ, ਜੇ ਇਹ ਤਾਇਵਾਨ ਜਾਂਦੇ ਆ ਪੈਲਸੀ ਤਾਂ, ਇਸ ਕਰਕੇ ਇਹਨਾਂ ਨੇ ਵੈਸੇ ਤਾਂ ਪਹਿਲਾਂ ਅਪ੍ਰੈਲ ਦੇ ਵਿੱਚ ਜਾਣਾ ਸੀ ਆਈ ਥਿੰਕ, ਇਹਨਾਂ ਨੂੰ ਉਦੋਂ ਫਿਰ ਇਹ ਕਹਿ ਦਿੱਤਾ ਸੀ ਇਹਨਾਂ ਨੇ ਕਿ ਕੋਵਿਡ ਹੋ ਗਿਆ, ਤਾਂ ਕਰਕੇ ਫਿਰ ਇਹਨਾਂ ਨੇ ਥੋੜਾ ਜਿਹਾ ਆਪਣਾ ਹੁਣ ਡਿਲੇ ਕੀਤਾ। ਪਰ ਹੁਣ ਆਹ ਜਿਵੇਂ ਤੁਸੀਂ ਦੱਸਿਆ ਕਿ ਉਹ ਕੰਟਰੋਵਰਸੀ ਇੰਨੀ ਜ਼ਿਆਦਾ ਵੱਡੀ ਸੀਗੀ ਕਿ ਉਹ ਤੋਂ ਡਾਇਵਰਟ ਹੋ ਕੇ ਹੁਣ ਸਾਰਾ ਜਿਹੜਾ ਧਿਆਨ ਹੈਗਾ ਇੱਧਰ ਆ ਏਸ਼ੀਆ ਦੌਰੇ ਦੇ ਉੱਪਰ ਇਹਨਾਂ ਨੇ ਖਿੱਚ ਕਰਤਾ। ਅੱਛਾ, ਉਹਨਾਂ ਨੂੰ ਸਟੇਟ ਡਿਪਾਰਟਮੈਂਟ ਤੇ ਪੈਂਟਾਗਨ ਵਾਲੇ ਵੀ ਕਹਿ ਰਹੇ ਆ ਵੀ ਤੁਸੀਂ ਚਾਈਨਾ 'ਚ ਨਾ ਜਾਇਓ, ਪਰ ਅਜੇ ਤੱਕ ਸਪੈਕੂਲੇਸ਼ਨ ਇਹ ਆ, ਕਿਆਸ ਰਾਈ ਇਹ ਆ। ਹਾਲਾਂਕਿ ਉਹਨਾਂ ਨੇ ਕੱਲ ਅਨਾਉਂਸਮੈਂਟ ਕਰਤੀ 4 ਦੇਸ਼ਾਂ ਦਾ ਉਹਨਾਂ ਨਾਂ ਲਿਆ, ਸਿੰਗਾਪੁਰ, ਮਲੇਸ਼ੀਆ, ਜਾਪਾਨ ਤੇ ਸਾਊਥ ਕੋਰੀਆ ਦਾ। ਉਹ ਕਹਿੰਦੇ ਕਿ ਮੇਰੀ ਇਟਨਰੀ ਜਿਹੜੀ ਆ ਇਹ ਸਿਰਫ 4 ਮੁਲਕਾਂ ਤੱਕ ਸੀਮਤ ਹੈ ਜੀ। ਪਰ ਬਹੁਤ ਅਜੇ ਵੀ ਆਲੋਚਕ ਆਸ ਲਾਈ ਦੇ ਬੈਠੇ ਆ ਵੀ ਨੈਂਸੀ ਪਲੋਸੀ ਨੇ ਜਾਣ ਬੁੱਝ ਕੇ, ਹੁਣ ਦੂਸਰੀ ਵੱਡੀ ਗੱਲ ਆਈ ਹੈ, ਇੱਕ ਤਾਂ ਪਰਸਨਲ ਇਸ਼ੂ, ਦੂਸਰੀ ਇਸ਼ੂ ਆ ਇਹ ਡੈਮੋਕ੍ਰੈਟਿਕ ਪਾਰਟੀ ਡੁੱਬਦੀ ਜਾ ਰਹੀ ਹੈ। ਇੱਕ ਜਾਣ ਬੁੱਝ ਕੇ ਉਹ ਇਦਾਂ ਦਾ ਫਸਾਦ ਖੜਾ ਕਰਨਾ ਚਾਹੁੰਦੇ ਚਾਈਨਾ ਦੇ ਨਾਲ, ਤਾਂ ਕਿ ਇੱਥੇ ਨੈਸ਼ਨਲਿਜ਼ਮ ਉਭਾਰਿਆ ਜਾਵੇ। ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਯੂਕਰੇਨ ਦੀ, ਉਹ ਨਹੀਂ ਗੱਲ ਬਣੀ, ਪੂਰੀ ਨਹੀਂ ਬਣੀ ਇਹਨਾਂ ਦੀ। ਹੁਣ ਇਹ ਫੋਨ ਵੀ ਕਰਨ ਲੱਗ ਪਏ, ਬੜੀ ਸੋਹਣੀ ਨੈਗੋਸ਼ੀਏਟ ਵੀ ਕਰਦੇ ਆ। ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਜਿਹੜੀ ਉਹ ਉਲਟੀ ਚੱਕਰ ਪੈ ਗਿਆ ਕਿ ਲੋਕੀ ਤਾਂ ਕਹਿੰਦੇ ਕਿ ਜੋ ਕੁਝ ਹੋਇਆ ਨਾ ਪ੍ਰਾਈਸ ਵਧੀ ਹੈ, ਇਹਦਾ ਕਰਕੇ ਵਧੀ ਹੈ, ਰਸ਼ੀਆ ਦਾ ਵਾਰ ਦਾ ਕਰਕੇ ਨਹੀਂ ਵਧੀ। ਅੱਛਾ, ਉਹ ਹੁਣ ਉਹ ਛੱਡ ਦਿੱਤਾ। ਹੁਣ ਯੂਕਰੇਨ ਦਾ ਬਹੁਤਾ ਜ਼ਿਕਰ ਨਹੀਂ ਰੌਲਾ ਪਾਉਂ। ਜੋ ਬਾਈਡਨ ਨਾਂ ਜਿਹੜੀ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਹੈ ਉਹ ਨਾਂ ਨਹੀਂ ਲੈਂਦੇ, ਹੁਣ ਚੁੱਪ ਕਰਕੇ ਬਹਿ ਗਏ। ਹੁਣ ਚੀਨ ਬਾਰੇ ਲੱਗੇ ਆ।
ਚੀਨ ਵਾਲੇ ਵੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਕਹਿਤਾ ਕਿ ਨਹੀਂ ਹੋ ਸਕਦਾ ਮਿਲਟਰੀ ਕਨਫਰੰਟੇਸ਼ਨ ਹੋਵੇ, ਇਸ ਕਰਕੇ ਜੇ ਚੀਨ ਨੂੰ ਆਈਸੋਲੇਸ਼ਨ ਕਰਨ ਲਈ ਵੀ ਤੁਲੇ ਹੋਏ ਨੇ। ਤੇ ਇਹ ਚਾਹੁੰਦੇ ਕਿ ਅਮਰੀਕਨ ਲੋਕਾਂ ਦਾ ਹੁਣ ਧਿਆਨ ਜਿਹੜਾ ਹੈ ਚੀਨ ਵੱਲ ਹੋ ਜਾਵੇ। ਹਾਂਜੀ। ਤਾਂ ਉਹਦਾ ਫਾਇਦਾ ਜਿਹੜਾ ਡੈਮੋਕ੍ਰੈਟਿਕ ਪਾਰਟੀ ਨੂੰ ਹੋ ਜਾਵੇ। ਹਾਂਜੀ। ਸੋ ਦੋਏ ਹੋਈਆਂ ਨਾ, ਇੱਕ ਤਾਂ ਪਰਸਨਲ ਇਸ਼ੂ ਬਣ ਗਈ ਇਹਨਾਂ ਦੀ, ਹਾਂਜੀ। ਦੂਜੀ ਇੱਕ ਦੇਸ਼ ਦੇ ਵਿੱਚ ਸਾਰੇ ਦੇਸ਼ ਦੀ ਇਸ਼ੂ ਨਹੀਂ ਹੈ ਇਹ ਅਮਰੀਕਾ ਦੀ ਇਸ਼ੂ ਨਹੀਂ। ਅਮਰੀਕਾ ਦੀ ਇਸ਼ੂ ਹੈਗੀ ਆ ਓਵਰਆਲ ਚਾਈਨਾ ਨੂੰ ਆਈਸੋਲੇਟ ਕਰਨਾ। ਇਸ ਵੇਲੇ ਇਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੀ ਇਸ਼ੂ। ਸੋ ਇਹਨਾਂ ਦੋਹਾਂ ਇਸ਼ੂਜ਼ ਦਾ ਮਿਸ਼ਰਣ ਹੋ ਗਿਆ। ਹੁਣ ਕੀ ਇਹ ਜਾ ਕੇ ਫਸਾਦ ਹਾਲੇ ਖੜਾ ਕਰਦੀ ਕਿ ਨਹੀਂ ਕਰਦੀ ਇਹ ਪਤਾ ਲੱਗੂਗਾ ਜੀ। ਬਹੁਤੇ ਆਲੋਚਕ ਅਜੇ ਸੋਚਦੇ ਆ ਵੀ ਭਾਵੇਂ ਇਹਨੇ ਟਿਨਰੀ 4 ਮੁਲਕਾਂ 'ਚ ਦਿੱਤੀ ਆ ਪਰ ਇਹ ਜਾਊਗੀ ਜ਼ਰੂਰ ਉੱਥੇ। ਹਾਂਜੀ ਡਾਕਟਰ ਸਾਹਿਬ, ਜਦੋਂ ਇਹਨਾਂ ਤੋਂ ਪੁੱਛਿਆ ਗਿਆ ਸੀ ਤਾਈਵਾਨ ਜਾਣ ਬਾਰੇ ਤਾਂ ਇਹਨਾਂ ਨੇ ਕਿਹਾ ਸੀ ਸੁਰੱਖਿਆ ਕਾਰਨਾਂ ਦੇ ਕਰਕੇ ਉਹ ਜ਼ਿਆਦਾ ਜਾਣਕਾਰੀ ਦੇ ਨਹੀਂ ਸਕਦੇ, ਮਤਲਬ ਉਹਨਾਂ ਨੇ ਇਨਕਾਰ ਵੀ ਨਹੀਂ ਸੀ ਕੀਤਾ। ਜਿਹੜੇ ਇਸ ਵੇਲੇ ਡਿਪਲੋਮੈਟਸ ਇਹਨਾਂ ਦੇ ਤੇ ਪੈਂਟਾਗਨ ਦੇ ਅਫੀਸ਼ੀਅਲ ਆ, ਉਹਨਾਂ ਨੂੰ ਤਾਂ ਲੱਗਦਾ ਕਿ ਸਾਨੂੰ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਆ ਇਸ ਵੇਲੇ ਸਾਨੂੰ ਕਮ ਸੇ ਕਮ ਕਨਫਰੰਟੇਸ਼ਨ ਨਹੀਂ ਲੈਣਾ ਚਾਹੀਦਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਇਸ਼ੂ ਇਹਨਾਂ ਦੀ ਨੈਂਸੀ ਪਲੋਸੀ ਤਾਂ ਜਾਤੀ ਤੌਰ ਤੇ ਆ। ਤਾਂ ਦੂਸਰੀ ਵੱਡੀ ਗੱਲ ਆ ਡੈਮੋਕ੍ਰੈਟਿਕ ਪਾਰਟੀ ਦੀ ਇਸ਼ੂ ਆ। 3 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ। ਹੁਣ ਕੀ ਰਹਿ ਗਿਆ? ਅਗਸਤ ਰਹਿ ਗਿਆ, ਸਤੰਬਰ, ਅਕਤੂਬਰ, 8 ਨਵੰਬਰ ਨੂੰ ਵੋਟਾਂ ਹੈ ਜੀ। ਤਾਂ ਇਸ ਲਈ ਕੋਈ ਨਾ ਕੋਈ ਤਾਂ ਇਸ਼ੂ ਆਵੇ ਨਾ। ਹਾਂਜੀ। ਜਿਹੜੀ ਅਬੋਰਸ਼ਨ ਇਸ਼ੂ ਨਹੀਂ ਚੱਲੀ, ਯੂਕਰੇਨ ਦੀ ਇਸ਼ੂ ਨਹੀਂ ਚੱਲੀ, ਸ਼ੂਟਿੰਗ ਵਾਲੀ ਇਸ਼ੂ ਨਹੀਂ ਚੱਲੀ। ਹਾਂਜੀ। ਤੇ ਹੁਣ ਕੋਈ ਨਾ ਕੋਈ ਘਣ ਦੇ ਚੱਕਰ 'ਚ ਆ ਵੀ ਇਸ਼ੂ ਬਣ ਜਾਵੇ ਕੋਈ, ਜੇ ਨਾ ਸਾਡੀਆਂ ਥੋੜੀਆਂ ਜਿਹੀਆਂ ਤਾਂ ਸੀਟਾਂ ਬਚਣ। ਹੁਣ ਨੈਂਸੀ ਪਲੋਸੀ ਦੀ ਆਪਣੀ ਪੋਜੀਸ਼ਨ ਖਤਰੇ 'ਚ ਆ। ਹਾਂਜੀ। ਜੇ ਇਹ ਹਾਊਸ ਆਫ ਰੈਪਸ ਹਾਰਦੇ ਆ ਤੇ ਨੈਂਸੀ ਪਲੋਸੀ ਸਪੀਕਰ ਨਹੀਂ ਰਹਿਣੀ। ਹਾਂਜੀ। ਸਭ ਤੋਂ ਪਹਿਲਾਂ ਜਦੋਂ ਨੈਂਸੀ ਪਲੋਸੀ ਬਣੀ ਸੀ, ਇਹ ਆਪਣੇ ਆਪ ਨੂੰ ਵੈਸੇ ਡੈਮੋਕ੍ਰੈਟਿਕ ਪਾਰਟੀ ਦੀ ਸਮਝਦੀ ਆ ਔਰ ਲੈਕਚਰ ਵੀ ਦਿੰਦੇ ਆ ਕਿ ਅਸੀਂ ਗਰੀਬਾਂ ਦੇ ਨਾਲ ਆ। ਤੇ ਸਭ ਤੋਂ ਪਹਿਲਾਂ ਇਸ਼ੂ ਜਿਹੜੀ ਇਹਨੇ ਉਠਾਈ ਸੀ ਨੈਂਸੀ ਪਲੋਸੀ ਨੇ ਵਾਸ਼ਿੰਗਟਨ ਡੀਸੀ ਜਦੋਂ ਸਪੀਕਰ ਬਣੀ ਸੀ, ਇਹਨੇ ਇਸ਼ੂ ਉਠਾਈ ਕਿ ਪ੍ਰੈਜ਼ੀਡੈਂਟ ਦਾ ਪਲੇਨ ਮੇਰੇ ਨਾਲੋਂ ਕਿਉਂ ਵੱਡਾ ਹੈ ਤੇ ਉਹਦਾ ਗਰੀਬਾਂ ਦੇ ਮਸੀਹਾ ਬਣਦੇ ਆ। ਫਿਰ ਉਹ ਇਹਨਾਂ ਦੀ ਕਾਫੀ ਸ਼ੈਲ ਆਈ ਉਹਨਾਂ ਨੇ ਮੀਡੀਆ ਦੇ ਵਿੱਚ ਕਈਆਂ ਨੇ ਕਿ ਗਰੀਬਾਂ ਦੀ ਇਹ ਇਸ਼ੂ ਆ ਵੀ ਉਹਨਾਂ ਦਾ ਪਲੇਨ ਜਿਹੜਾ ਉਹਨਾਂ ਛੋਟਾ ਹੈ। ਗਰੀਬਾਂ ਦਾ ਇਸ਼ੂ ਆ ਉਹਨਾਂ ਦੇ ਕੋਲ ਘਰ ਹੈ ਨਹੀਂ। ਹਾਂਜੀ। ਗਰੀਬਾਂ ਦਾ ਇਸ਼ੂ ਉਹਨਾਂ ਦੇ ਗਰੋਸਰੀ ਨਹੀਂ ਖਰੀਦ ਹੁੰਦੀ, ਬੇਸਿਕ ਨੈਸੈਸਿਟੀਜ਼ ਨਹੀਂ ਪੂਰੀਆਂ ਹੁੰਦੀਆਂ। ਇਹ ਇਸ਼ੂ ਤੇਰੀ ਹੋ ਸਕਦੀ ਹੈ। ਹਾਂਜੀ। ਇਹ ਇਸ਼ੂ ਗਰੀਬਾਂ ਦੀ ਕਿੱਥੋਂ ਜੀ? ਇਹ ਇਸ਼ੂ ਕਾਲਿਆਂ ਦੀ ਕਿੱਥੋਂ? ਇਹ ਇਸ਼ੂ ਹਿਸਪੈਨਿਕ ਦੀ ਕਿੱਥੋਂ ਜੀ? ਔਰਤਾਂ ਦੀ ਕਿੱਥੋਂ? ਹਾਂਜੀ। ਦੱਸੋ ਸਾਨੂੰ ਇਹ ਇਸ਼ੂ ਕਿੱਥੋਂ ਬਣ ਗਈ ਜੀ? ਉਦੋਂ ਵੀ ਇਹਨੇ ਕਾਲਾ ਮਾਲਾ ਜਾਂ ਹੋਰ ਫੇਰ ਇਸ਼ੂ ਲੈ ਆਂਦੀਆਂ। ਹੈਗੀ ਤਾਂ ਮਤਲਬ ਚਲਾਕ ਪੋਲੀਟੀਸ਼ੀਅਨ ਹੈ, ਸੈਨ ਫਰਾਂਸਿਸਕੋ ਤੋਂ ਇਲੈਕਟ ਹੋ ਕੇ ਜਾਂਦੀ ਹੈ। ਹਾਂਜੀ। ਪਰ ਇਸ ਵੇਲੇ ਹੁਣ ਵੱਡਾ ਖਤਰਾ ਇਹ ਪਿਆ ਵੀ ਉਹ ਛੋਟਾ ਪਲੇਨ ਵੀ ਜਾਂਦਾ ਲੱਗਣਾ। ਹਾਂਜੀ। ਮਹੀਨੇ 3 ਰਹਿੰਦੇ ਆ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਬਸ ਹੁਣ ਇਹਨਾਂ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਆ, ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦੇ ਆ ਤੇ ਤਿਨਕਾ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਹੁਣ ਇਹ ਜਾਂਦੇ ਉੱਥੇ ਕੀ ਨਹੀਂ ਜਾਂਦੇ। ਡਾਕਟਰ ਸਾਹਿਬ, ਗੱਲ ਕਰਦੇ ਆ ਜੀ US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦੀ। ਉਹਨਾਂ ਨੇ ਰਸ਼ੀਅਨ ਫੋਰਨ ਮਿਨਿਸਟਰ ਸਰਗੇਈ ਲਾਵਰੋਵ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਆ। ਪ੍ਰਿਜ਼ਨਰ ਸਵਾਪ ਕੋਈ ਪ੍ਰਪੋਜ਼ਲ ਹੈਗਾ, ਉਹਨਾਂ ਨੇ ਉਹ ਡਿਸਕਸ ਕੀਤਾ। ਸਭ ਤੋਂ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਇਹ ਦੱਸੋ ਕਿ ਜਿਹੜਾ ਪ੍ਰਿਜ਼ਨਰ ਸਵਾਪ ਪ੍ਰਪੋਜ਼ਲ ਆ, ਜਿਹੜੀ ਕੈਦੀਆਂ ਦੀ ਅਦਲਾ ਬਦਲੀ ਵਾਲਾ, ਇਹ ਹੈ ਕੀ? ਅਸੀਂ ਪਿੱਛੇ ਜਿਹਾ ਵੀ ਡਿਸਕਸ ਕੀਤਾ ਸੀ ਕਿ ਇਹਨਾਂ ਦੀ ਇੱਕ ਬਾਸਕਟਬਾਲ ਦੀ ਪਲੇਅਰ ਸੀ ਫੜੀ। ਹਾਂਜੀ। ਉੱਤੇ ਟ੍ਰਾਇਲ ਚੱਲਿਆ ਬ੍ਰਿਟਨੀ ਗ੍ਰਾਈਨਰ ਤੇ। ਉਹਦੇ ਤੇ ਪ੍ਰੈਸ਼ਰ ਬਹੁਤ ਪਿਆ, ਖਾਸ ਤੌਰ ਤੇ ਕਾਲਿਆਂ ਦੀ ਕਮਿਊਨਿਟੀ ਦਾ, ਕਿ ਤੁਸੀਂ ਗੋਰਿਆਂ ਲਈ ਨੈਗੋਸ਼ੀਏਟ ਕਰ ਲੈਂਦੇ ਆ, ਉਹਨੂੰ ਕਿੱਦਾਂ ਵਾਪਸ ਲੈ ਕੇ ਆਉਣਾ? ਹਾਂ ਠੀਕ ਹੈ, ਉਹਨੇ ਕ੍ਰਾਈਮ ਕੀਤਾ ਹੋਵੇ, ਜੋ ਕੀਤਾ ਹੋਵੇ, ਤੁਸੀਂ ਵੱਖ-ਵੱਖ ਦੇਸ਼ਾਂ ਦੇ ਇੱਕ ਦੂਸਰੇ ਨਾਲ ਸੰਧੀਆਂ ਹੁੰਦੀਆਂ ਜਾਂ ਇੱਕ ਡਿਪਲੋਮੇਸੀ ਨਾਲ ਛੁਡਾ ਲੈਂਦੇ ਬੰਦੇ ਨੂੰ। ਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਉਹਨੂੰ ਸਾਡੀ ਬਾਸਕਟਬਾਲ ਪਲੇਅਰ ਨੂੰ ਛੱਡੋ। ਤੇ ਇੱਕ ਇਹਨਾਂ ਦਾ ਬੰਦਾ ਉੱਥੇ ਫਸਿਆ ਸੀ ਜਿਹੜਾ ਜਸੂਸੀ ਕਰਦਾ ਸੀ, ਉਹ ਵੀ ਜੇਲ੍ਹ ਦੇ ਵਿੱਚ ਜੀ। ਇਹਨਾਂ ਨੇ ਕਿਹਾ 2 ਬੰਦੇ ਛੱਡੋ, ਅਸੀਂ ਤੁਹਾਡਾ ਇੱਕ ਬੰਦਾ ਇੱਥੇ ਆਰਮਸ ਡੀਲਰ ਆ ਹੋਊਗਾ ਸੀ, ਜਿਹੜਾ ਹਥਿਆਰਾਂ ਦੇ ਡੀਲਰ ਹੁੰਦੇ ਆ।
ਹਾਂਜੀ ਉਹ ਸਮਗਲਿੰਗ ਕਰਦਾ ਸੀ ਯੂਐਸ ਦੇ ਵਿੱਚੋਂ ਵੈਪਨ ਹੋਰਨਾਂ ਦੇਸ਼ਾਂ ਲਈ ਭੇਜਦਾ ਸੀ। ਉਹ ਕਿਹਾ ਇਹ ਜਾਂਦਾ ਸੀ ਕਿ ਰਸ਼ੀਅਨ ਏਜੰਸੀ ਦਾ ਸਪਾਈ ਹੈ। ਹੁਣ ਕਦੇ ਵੀ ਕੋਈ ਮੁਲਕ ਇਹ ਨਹੀਂ ਮੰਨਦਾ ਕਿ ਕੋਈ ਵੀ ਜਸੂਸ ਜਿਹੜਾ ਫੜਿਆ ਜਾਵੇ ਉਹ ਉਹਨਾਂ ਦਾ ਹੈ। ਸਾਰਿਆਂ ਮੁਲਕਾਂ ਨੂੰ ਪਤਾ ਕਿ ਅਸੀਂ ਇੱਕ ਦੂਜੇ ਦੇ ਜਸੂਸੀ ਕਰਦੇ ਹਾਂ, ਪਰ ਕੋਈ ਵੀ ਕਦੇ ਮੁਲਕ ਨੇ ਇਹ ਨਹੀਂ ਮੰਨਿਆ ਕਿ ਇਹ ਜਸੂਸ ਸਾਡਾ ਹੈ। ਨਾ ਹੀ ਕਦੇ ਮੰਨਦੇ ਆ ਕਿ ਇਹਨੇ ਸਾਡੇ ਕਰਕੇ ਕੋਈ ਕੰਮ ਕੀਤਾ ਉੱਥੇ। ਹਾਂਜੀ ਇਸ ਕਰਕੇ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਜਸੂਸ ਲੈ ਲਓ ਤਾਂ ਸਾਡੀ ਕੁੜੀ ਮੋੜ ਦਿਓ ਤਾਂ ਸਾਡਾ ਇੱਕ ਜਸੂਸ 2 ਜਾਣੇ ਸਾਨੂੰ ਵਾਪਸ ਕਰ ਦਿਓ। ਹਾਂਜੀ ਅੱਛਾ, ਹੁਣ ਫਿਰ ਬਿੱਲੀ ਥੈਲਿਓਂ ਬਾਹਰ ਆ ਗਈ ਨਾ। ਜਿਹੜੇ ਪਹਿਲਾਂ ਕਹਿੰਦੇ ਸੀ ਕਿ ਸਾਡਾ ਬੰਦਾ ਹੀ ਨਹੀਂ ਉਹ, ਤਾਂ ਹੁਣ ਉਹ ਕਹਿੰਦੇ ਕਿ ਸਾਨੂੰ ਵਾਪਸ ਕਰੋ। ਹਾਂਜੀ ਤੇ ਇੱਕ ਤਾਂ ਪਹਿਲੀ ਗੱਲ ਵੱਡੀ ਇਹ ਆ ਕਿ 2 ਜਣੇ ਇਹਨਾਂ ਨੇ ਫੋਨ ਕਾਲ ਕੀਤੀ ਹੈ। ਇਹ ਤਾਂ ਕਹਿੰਦੇ ਸੀ ਰਸ਼ੀਆ ਦੇ ਨਾਲ ਗੱਲ ਹੀ ਨਹੀਂ ਕਰਨੀ। ਉਹਦੇ ਵਿੱਚ ਕਹਿੰਦੇ ਕਿ ਅਸੀਂ ਗ੍ਰੇਨ ਬਾਰੇ ਵੀ ਗੱਲ ਕੀਤੀ ਹੈ ਕਿ ਜਿਹੜੀ ਉੱਥੋਂ ਕਣਕ ਆਉਣੀ ਹੈ। ਪਿੱਛੇ ਜਿਹੇ ਟਰਕੀ ਦੇ ਵਿੱਚ ਇਹ ਨੈਗੋਸ਼ੀਏਟ ਹੋਇਆ ਇਹ ਐਗਰੀਮੈਂਟ ਕਿ ਯੂਕਰੇਨ ਵਾਲਿਆਂ ਨੇ ਜਿਹੜੀ ਕਣਕ ਭੇਜਣੀ ਆ ਉਹ ਰਸ਼ੀਆ ਵਾਲੇ ਅਲਾਓ ਕਰਨ ਉਹਨਾਂ ਨੂੰ। ਪਹਿਲੀ ਸ਼ਿਪਮੈਂਟ ਭੇਜ ਵੀ ਦਿੱਤੀ ਵੈਸੇ। ਹਾਂਜੀ ਤੇ ਦੂਸਰੀ ਇਸ਼ੂ ਸੀ ਮੇਜਰ ਦੇ ਜਿਹੜੇ ਕੈਦੀ ਆ ਇਹਨਾਂ ਨੂੰ ਐਕਸਚੇਂਜ ਕਰਨਾ। ਕਹਿੰਦੇ ਅਮਰੀਕਾ ਵਾਲੇ ਕਹਿੰਦੇ ਵੀ 2 ਕੈਦੀ ਸਾਡੇ ਮੋੜ ਦਿਓ ਤੇ 1 ਕੈਦੀ ਆਪਣਾ ਲੈ ਲਓ। ਹਾਂਜੀ ਉਹਨਾਂ ਨੇ ਹੁਣ ਪ੍ਰਪੋਜ਼ਲ ਆਪਣੇ ਵੱਲੋਂ ਭੇਜੀ ਆ। ਉਹ ਕਹਿੰਦੇ ਵੀ ਉਹ ਕੈਦੀ ਤਾਂ ਠੀਕ ਹੈ, ਇੱਕ ਤਾਂ ਇੱਕ ਨਾਲ ਹੋ ਰਿਹਾ। ਉਹ ਜਿਹੜਾ ਕੈਦੀ ਆ ਉਹਦੇ ਵਿੱਚ ਕੰਟਰੋਵਰਸੀ ਥੋੜੀ ਜਿਹੀ ਇਹ ਆ ਕਿ ਉਹ ਜਰਮਨੀ 'ਚ ਆ। ਐਕਚੁਅਲੀ ਜਰਮਨੀ ਦੇ ਵਿੱਚ ਰਸ਼ੀਅਨ ਬੰਦੇ ਨੇ ਆ ਕੇ ਇੱਕ ਚੈਚਨ ਫਾਈਟਰ ਨੂੰ ਮਾਰ ਦਿੱਤਾ ਸੀ। ਚੈਚਨੀਆਂ ਵਾਲੇ ਰਸ਼ੀਆ ਦੇ ਖਿਲਾਫ ਵੱਖਵਾਦੀ ਏਰੀਏ ਦੇ ਵਿੱਚ ਇੱਕ ਵੱਖਰਾ ਦੇਸ਼ ਵਿੱਚ ਬਣਾਉਣ ਲਈ ਲੜਦੇ ਹੁੰਦੇ ਸੀ। ਪਹਿਲਾਂ ਕਾਫੀ ਦੇਰ ਚੈਚਨੀਆਂ ਖਬਰਾਂ 'ਚ ਆਉਂਦਾ ਰਿਹਾ, ਪਰ ਉਹਨਾਂ ਨੇ ਕ੍ਰਸ਼ ਕਰਕੇ ਰੱਖ ਦਿੱਤੇ ਉਹ। ਤੋ ਚੈਚਨ ਫਾਈਟਰ ਦਾ ਜਿਹੜਾ ਵੱਖਵਾਦੀ ਬੰਦਾ ਸੀ ਉਹ ਜਰਮਨੀ ਦੇ ਵਿੱਚ ਆਇਆ ਸੀ। ਉਹਨੂੰ ਰਸ਼ੀਅਨ ਸਪਾਈ ਨੇ, ਰਸ਼ੀਅਨ ਜਸੂਸ ਨੇ ਉੱਥੇ ਮਾਰ ਦਿੱਤਾ। ਉਸ ਵੇਲੇ ਤਾਂ ਰਸ਼ੀਆ ਵਾਲੇ ਮੰਨਦੇ ਨਹੀਂ ਸੀ ਵੀ ਸਾਡਾ ਜਸੂਸ ਹੈ, ਪਰ ਹੁਣ ਇਹ ਮੰਨ ਗਏ ਆ। ਇਹਨਾਂ ਦੀ ਅਮਰੀਕਾ ਵਾਲਿਆਂ ਦੀ ਵੀ ਪ੍ਰੋਬਲਮ ਹੈ। ਹੁਣ ਜਰਮਨੀ ਵਾਲਿਆਂ ਨੂੰ ਕਹਿਣਗੇ, ਪ੍ਰੈਸ਼ਰ ਪਾਉਣਗੇ। ਉਹਨਾਂ ਨੂੰ ਕੋਈ ਪਤਾ, ਉਹਨਾਂ ਨੂੰ ਰਸ਼ੀਆ ਵਾਲਿਆਂ ਨੂੰ ਪਤਾ ਵੀ ਇਹਨਾਂ ਨੇ ਆਪਣੀ ਕੁੜੀ ਜ਼ਰੂਰ ਛਡਾਉਣੀ ਹੈ, ਤਾਂ ਇਹਨਾਂ ਤੇ ਪ੍ਰੈਸ਼ਰ ਪਿਆ ਆਪਣਾ ਜਸੂਸ ਛਡਾਉਣ ਦਾ। ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਤਾਂ ਰੌਲਾ ਪਾਉਂਦੇ ਹੀ ਆ। ਉਹਨਾਂ ਨੇ ਲੌਬੀ ਕੀਤੀ ਹੈ। ਜੇ ਇਹ ਬੰਦੇ ਅਸੀਂ ਛੱਡਣੇ ਆ ਤਾਂ ਉਹ ਕਹਿੰਦੇ ਵੀ 2 ਬੰਦੇ ਸਾਡੇ ਵੀ ਛੱਡੋ ਜੀ। ਤੇ ਮੇਰਾ ਖਿਆਲ ਹੁਣ ਸੈਕੰਡ ਬੰਦੇ ਜਿਹੜਾ ਜਰਮਨੀ ਆ ਉਹਦੀ ਥੋੜੀ ਜਿਹੀ ਹਲੇ ਬਾਅਦ ਵਾਲੀ ਗੱਲ ਆ, ਪਰ ਇਹ ਦਬਾ ਕੇ ਤੁਸੀਂ ਦੇਖਿਓ ਹੋਰ 2-4 ਮਹੀਨਿਆਂ ਨੂੰ ਛੱਡ ਦੇਣਗੇ। ਹਾਂਜੀ ਸਭ ਕੁਝ ਹੁੰਦਾ, ਡਿਪਲੋਮੇਸੀ ਚੱਲਦੀ ਹੈ। ਇੱਕ ਦੂਜੇ ਨਾਲ ਫੋਨ ਤੇ ਪਹਿਲੀ ਵਾਰ ਗੱਲ ਕੀਤੀ ਇਹਨਾਂ ਨੇ। ਹਾਂਜੀ ਤੇ ਹੁਣ ਇਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਯੂਕਰੇਨ ਵਾਲਿਆਂ 'ਚ ਦਮ ਹੈ ਨਹੀਂ ਜਿਹੜਾ ਅਸੀਂ ਸੋਚਦੇ ਸੀ। ਬੈਟਰ ਇਹੀ ਹੈ ਵੀ ਨੈਗੋਸ਼ੀਏਟ ਕਰੋ। ਹਾਂਜੀ ਸੋ ਜੀ ਡਾਕਟਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਕਿ ਨੈਗੋਸੀਏਸ਼ਨ ਇਹਨਾਂ ਦੀ ਹੁੰਦੀ ਕਦੋਂ ਸਿਰੇ ਚੜ੍ਹਦੀ ਆ। ਡਾਕਟਰ ਸਾਹਿਬ, ਪਹਿਲਾਂ ਟਰੂਡੋ ਸਾਹਿਬ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਸੀ ਕਿ ਸ਼ਾਇਦ ਉਹ ਇਲੈਕਸ਼ਨ ਕਰਵਾ ਲੈਣ। ਫਿਰ ਜਿਹੜਾ ਉਹਨਾਂ ਦਾ ਸਮਰ ਟ੍ਰਿਪ ਸੀ, ਸਾਰੇ ਉਹਨੂੰ ਇਸ ਤਰੀਕੇ ਦੇ ਨਾਲੇ ਦੇਖ ਰਹੇ ਸੀ ਜਿੱਦਾਂ ਵੀ ਉਹ ਕੋਈ ਕੰਪੇਨ ਹੀ ਕਰ ਰਹੇ ਹੁੰਦੇ ਆ। ਉਹਨਾਂ ਦੇ PR ਦੇ ਵੱਲੋਂ ਵੀ ਇਸ ਤਰੀਕੇ ਦੇ ਨਾਲੇ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਸੀ। ਪਰ ਹੁਣ ਉਹਨਾਂ ਵੱਲੋਂ ਹੀ ਇਹ ਸਿਗਨਲ ਜਿਹਾ ਮਿਲ ਰਿਹਾ ਕਿ ਜਿਵੇਂ ਉਹ ਹੁਣ ਇਸ ਗੱਲ ਤੋਂ ਪਿੱਛੇ ਹਟ ਰਹੇ ਨੇ। ਹੁਣ ਉਹਨਾਂ ਦਾ ਇਲੈਕਸ਼ਨ ਜਿਹੜਾ ਕਰਵਾਉਣ ਦਾ ਕੋਈ ਮਨ ਹੈ ਨਹੀਂ। ਹੁਣ ਤੁਸੀਂ ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਦੇਖੋ, ਇਹਨਾਂ ਨੇ ਪਹਿਲਾਂ ਤਾਂ ਉਹਨਾਂ ਕੋਈ ਕਸਰ ਨਹੀਂ ਛੱਡੀ, ਬਾਰਬੀਕਿਊ ਨਹੀਂ ਛੱਡਿਆ ਕੋਈ। ਜੋ ਵੀ ਉਹ ਕਰਦੇ ਸੀ ਇਹ ਸਮਝਦੇ ਸੀ ਕਿ ਜਿਸ ਦਿਨ ਵੀ ਕੰਜ਼ਰਵੇਟਿਵ ਪਾਰਟੀ ਨੇ ਲੀਡਰਸ਼ਿਪ ਖਤਮ ਕਰ ਲਈ, ਉਹ ਨਵੇਂ ਬਣੇ ਲੀਡਰ ਨੂੰ ਉਦੋਂ ਹੀ ਅਸੀਂ ਢਾਲ ਲੈਣਾ। ਇਹ ਪੁਰਾਣੀ ਸਟ੍ਰੈਟਜੀ ਹੈ। ਉਹਨੂੰ ਸੈਟਲ ਹੋਣ ਦਾ ਟਾਈਮ ਨਹੀਂ ਸੀ ਦੇਣਾ, ਸੈਟਲ ਹੋਣ ਦਾ ਟਾਈਮ ਨਾ ਦਿਓ। ਤੇ ਹੁਣ ਕੱਲ ਹੀ ਇੱਕ ਨਵਾਂ ਪੋਲ ਆ ਗਿਆ। ਉਹਦੇ ਹਾਲੇ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਲੀਡਰ ਨਹੀਂ ਚੁਣਿਆ। ਲੀਡਰ ਬਿਨਾਂ ਜਿੱਦਾਂ ਮੁਰਗਾ ਫਿਰਦਾ ਹੁੰਦਾ ਨਾ ਧੌਣ ਤੋਂ ਬਿਨਾਂ, ਪਰ ਫਿਰ ਵੀ ਉਹ ਮੁਰਗਾ ਜ਼ਿਆਦਾ ਇਹਨਾਂ ਪਪੂਲਰ ਹੈ। 5 ਪੁਆਇੰਟ ਦਾ ਫਰਕ ਹੈ। ਉਹ ਕਹਿੰਦੇ ਇਸ ਵੇਲੇ ਜੇ ਪਾਰਟੀ ਕਾਲ ਕਰਦੀ ਹੈ ਇਲੈਕਸ਼ਨ ਤੇ 5% ਉਹਨਾਂ ਦੀ ਜ਼ਿਆਦਾ ਹੈ, ਤੇ ਇਹਦਾ ਮਤਲਬ ਵੀ ਇਹਨਾਂ ਨੇ ਹਾਰ ਜਾਣਾ ਬਿਲਕੁਲ। ਤਾਂ ਹੀ ਦੇਖਿਆ ਹੋਣਾ ਤੁਸੀਂ ਕਿ ਬਹੁਤ ਸਾਰੇ ਲਿਬਰਲ MPs ਉੱਥੋਂ ਸ਼ਿਪ ਛੱਡ ਕੇ ਨੱਠਦੇ ਆ।
हाँ जी कोई ਮੇਅਰ ਦੀ ਇਲੈਕਸ਼ਨ ਲੜਨ ਲੱਗਾ ਹੈ, ਕੋਈ ਕੁਛ ਕਰਨ ਲੱਗਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਹਾਰ ਆਉਣੀ ਆਉਣੀ ਹੈ। ਇਹਨਾਂ ਨੇ ਬਹਾਨਾ ਇੱਕ ਘੜ ਲਿਆ। ਯੂਨਾਈਟਿਡ ਨੇਸ਼ਨਸ ਨੂੰ ਪ੍ਰੋਮਿਸ ਕੀਤਾ ਸੀ 2017 ਦੇ ਵਿੱਚ। ਇਹਨਾਂ ਨੇ ਇੱਕ ਟਰੂਡੋ ਸਾਹਿਬ ਜਦੋਂ ਗਏ ਸੀ ਉੱਥੇ UN ਦੇ ਵਿੱਚ ਬੋਲਣ, ਇਹਨਾਂ ਨੇ ਕਿਹਾ ਕਿ ਪੀਸ ਕੀਪਿੰਗ ਵੈਸੇ ਕੈਨੇਡੀਅਨ ਕਨਸੈਪਟ ਹੈ ਨਾ, ਪੀਸ ਕੀਪਿੰਗ ਫੋਰਸ ਪੈਦਾ ਕਰਨੀ, ਪਰ ਉਹਦੇ ਵਿੱਚ ਸਾਡੀ ਕੰਟਰੀਬਿਊਸ਼ਨ ਬਹੁਤ ਘਟ ਗਈ ਓਵਰ ਦੀ ਈਅਰਸ। ਹੁਣ ਇਹਨਾਂ ਨੇ UN ਨੂੰ ਕਿਹਾ ਕਿ ਅਸੀਂ ਇੱਕ ਐਮਰਜੈਂਸੀ ਕੰਟਿੰਜੈਂਟ ਪੈਦਾ ਕਰਾਂਗੇ ਕਿ ਜੇ ਐਮਰਜੈਂਸੀ ਕੋਈ ਫੋਰਸ ਭੇਜਣੀ ਪਵੇ UN ਨੂੰ ਤਾਂ ਉਹਦੇ ਵਿੱਚ ਕੈਨੇਡੀਅਨਸ ਹਿੱਸਾ ਲੈਣਗੇ। ਤੇ ਹੁਣ ਉਹਨਾਂ ਨੇ ਕਿਤੇ ਪੁੱਛਿਆ UN ਵਾਲਿਆਂ ਨੇ ਵੀ ਤੁਹਾਡੀ ਕੰਟਿੰਜੈਂਟ ਕਿੱਧਰ ਗਿਆ? 22 ਹੋ ਗਿਆ, 2017 ਚ ਪ੍ਰੋਮਿਸ ਕੀਤਾ ਸੀ। ਤੇ ਇਹ ਟਰੂਡੋ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਪ੍ਰੋਮਿਸ ਕੀਤਾ ਸੀ 25 ਤਾਈਂ ਤੁਹਾਨੂੰ ਕੰਟਿੰਜੈਂਸੀ ਦੇਵਾਂਗੇ ਅਸੀਂ, ਹਜੇ 3 ਸਾਲ ਰਹਿੰਦੇ ਆ। ਹਾਂਜੀ 22 ਹੋਇਆ ਨਾ। ਤਾਂ ਕਈ ਜਿਹੜੇ ਆਲੋਚਕ ਆ ਹੁਣ ਬੈਠੇ ਆਟਵਾ ਦੇ ਵਿੱਚ, ਉਹ ਸਮਝਦੇ ਕਿ ਇਹ ਸੰਕੇਤ ਆਉਂਦਾ ਹੈ ਕਿ ਇਹ ਡਰ ਗਏ ਆ ਇਲੈਕਸ਼ਨ ਦੇ ਕਰਾਉਣ ਤੋਂ, ਕਿਉਂਕਿ ਇੱਕ ਤਾਂ ਉਹਨਾਂ ਦਾ ਜਿਹੜੀ ਪਾਪੂਲਰਿਟੀ ਘਟੀ ਹੈ, ਪਰ ਇਲੈਕਸ਼ਨ ਆਉਣ ਤੇ ਲੱਗਦਾ ਹੋਰ ਘਟ ਜਾਣੀ ਇਹਨਾਂ ਦੀ। ਸੋ ਉਹਦਾ ਬਹਾਨਾ ਇਹਨਾਂ ਨੇ ਇਹ ਲਾ ਲਿਆ ਕਿ UN ਵਾਲਿਆਂ ਨੇ ਅਸੀਂ ਵਾਅਦਾ ਕੀਤਾ ਸੀ ਕਿ 2025 ਤਾਈਂ ਜਿਹੜਾ ਤੁਹਾਨੂੰ ਪੀਸ ਕੀਪਿੰਗ ਦਾ ਕੰਟਿੰਜੈਂਸੀ ਦੀ ਰਿਪੋਰਟ ਦੇਵਾਂਗੇ ਜੀ, ਤੇ ਉਹ ਦੇ ਕੇ ਫਿਰ ਜਾਵਾਂਗੇ ਅਸੀਂ ਜੀ। ਸੋ ਇਹ ਸੰਕੇਤ ਮਿਲਦੇ, ਪਰ ਅਜੇ ਵੀ ਜਿਹੜਾ ਇੱਕ ਵਿਚਾਰਧਾਰਾ ਇਹ ਆ ਕਿ ਇੱਕ ਧੜਾ ਲਿਬਰਲ ਪਾਰਟੀ ਦਾ ਇਹੀ ਕਹਿ ਰਿਹਾ ਕਿ ਹੁਣੇ ਹੀ ਮੌਕਾ ਆ ਜਿਹੜਾ ਵੀ ਲੀਡਰ ਬਣਿਆ ਉਹਨੂੰ ਢਾਉਣ ਦਾ। ਹਾਂਜੀ, ਜੇ ਉਹਨਾਂ ਨੂੰ ਟਾਈਮ ਦੇ ਦਿੱਤਾ ਸੈਟਲਮੈਂਟ ਕਰਨ ਦਾ। ਤਾਂ ਦੂਸਰਾ, ਸਾਨੂੰ ਇਹ ਨਹੀਂ ਪਤਾ, ਹੁਣ ਅਸੀਂ ਗੱਲ ਕੀਤੀ ਸੀ ਕਿ US ਦੇ ਵਿੱਚ, ਅਮਰੀਕਾ ਦੇ ਵਿੱਚ ਟੈਕਨੀਕਲੀ ਰਿਸੈਸ਼ਨ ਆ ਗਿਆ। ਹਾਂਜੀ, ਉੱਥੇ ਇਸ ਕਰਕੇ ਆ ਗਿਆ ਕਿ ਜਦੋਂ ਇੱਕਦਮ ਪੈਂਡੈਮਿਕ ਤੋਂ ਬਾਅਦ ਡਿਮਾਂਡ ਵਧੀ ਸੀ, ਇੱਕਦਮ ਇਨਫਲੇਸ਼ਨ ਜ਼ਿਆਦਾ ਹੋਈ ਸੀ, ਉਹਨਾਂ ਨੇ ਓਪਨਿੰਗ ਪਹਿਲਾਂ ਕੀਤੀ ਸਾਡੇ ਤੋਂ, ਤੇ ਅਸੀਂ ਉਹਨਾਂ ਤੋਂ ਬਾਅਦ ਓਪਨਿੰਗ ਕੀਤੀ ਹੈ। ਉਹਦਾ ਕਰਕੇ ਅਜੇ ਤੱਕ ਡਿਮਾਂਡ ਜਿਹੜੀ ਕੈਨੇਡਾ ਦੇ ਵਿੱਚ ਉਸ ਲੈਵਲ ਤੇ ਹੈ। ਉਹਨਾਂ ਦੀ ਵੀ ਡਿਮਾਂਡ ਪਹਿਲਾਂ ਉੱਪਰ ਹੀ ਸੀ, ਇਸੇ ਕਰਕੇ ਜ਼ਿਆਦਾ ਇਨਫਲੇਸ਼ਨ ਸੀ। ਹਾਂਜੀ, ਪਰ ਹੁਣ ਉਹ ਸੈਟਲ ਹੋ ਗਈ ਆ ਤਾਂ ਹੁਣ ਰਿਸੈਸ਼ਨ ਆ ਗਿਆ ਜੀ। ਤੇ ਇਕਨੋਮਿਸਟ ਇਹੀ ਸੋਚ ਰਹੇ ਆ ਕਿ ਕੈਨੇਡਾ ਦਾ ਰਿਸੈਸ਼ਨ ਅਜੇ ਤਾਂ ਨਹੀਂ ਆਇਆ, ਪਰ ਬਹੁਤੀ ਦੂਰ ਹੈ ਨਹੀਂ। ਹਾਂਜੀ, ਅਸੀਂ ਵੀ US ਨੂੰ ਹੀ ਫਾਲੋ ਕਰਨਾ ਆ। ਤਾਂ ਉਹ ਤੋਂ ਡਰਦੇ ਵੀ ਆ ਉਹ ਸਟ੍ਰੈਟੇਜਿਸਟ ਜਿਹੜੇ ਲਿਬਰਲ ਪਾਰਟੀ ਦੇ। ਉਹ ਕਹਿੰਦੇ ਆ ਕਿ ਨਵਾਂ ਲੀਡਰ ਬਣਨਾ ਆ, ਦੂਜਾ ਸਾਨੂੰ ਪਤਾ ਨਹੀਂ ਰਿਸੈਸ਼ਨ ਆ ਜਾਣਾ। ਸੋ ਇਸ ਕਰਕੇ ਫਾਲ ਦੀ ਇਲੈਕਸ਼ਨ ਲਈ ਦੋ ਰਾਵਾਂ ਇੱਕ ਦੂਜੇ ਨਾਲ ਟਕਰਾ ਰਹੀਆਂ ਹੁਣ। ਹਾਂਜੀ, ਪਰ ਟਰੂਡੋ ਸਾਹਿਬ ਨੇ ਬਹਾਨਾ ਚੰਗਾ ਲੱਭ ਲਿਆ। ਹਾਂਜੀ, ਕਿ ਅਸੀਂ UN ਨਾਲ ਵਾਅਦਾ ਕੀਤਾ ਸੀ ਜੇ ਨਾ ਵੀ ਕਰਾਉਣੀ ਹੋਈ ਇਲੈਕਸ਼ਨ ਤਾਂ ਕਮ ਸੇ ਕਮ ਅਸੀਂ ਕੋਈ ਲੋਕਾਂ ਨੂੰ ਦੱਸਣ ਜੋਗੇ ਤਾਂ ਹੋਵਾਂਗੇ। ਕਰਾਉਣੀ ਚਾਹੁੰਦੇ ਸੀ, ਪਰ UN ਦੇ ਨਾਲ ਅਸੀਂ ਪ੍ਰੋਮਿਸ ਕੀਤਾ ਹੀ ਕਰਕੇ ਨਹੀਂ ਕਰਾਈ। ਹਾਂਜੀ, ਬਸ ਫਿਰ ਹੁਣ ਇਹ ਤਾਂ ਸਾਹਮਣੇ ਇਸ ਤਰੀਕੇ ਨਾਲ ਆਪਣੀ ਪਿਕਚਰ ਪੇਸ਼ ਕਰ ਰਿਹਾ ਕਿ ਇਹਨਾਂ ਨੇ ਜਿਹੜਾ ਪ੍ਰੋਮਿਸ ਹੈਗਾ ਉਹ ਰੱਖਿਆ ਹੋਇਆ। ਡਾਕਟਰ ਸਾਹਿਬ, ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ, ਇਹਨਾਂ ਨੇ ਮਈ ਦੇ ਵਿੱਚ ਨਾ ਕੀਵ ਦੇ ਵਿੱਚ ਜਿਹੜੀ ਕੈਨੇਡੀਅਨ ਐਮਬੈਸੀ ਉੱਥੇ ਜਾ ਕੇ ਝੰਡਾ ਲਹਿਰਾਇਆ ਸੀ ਤੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ, ਐਲਾਨ ਕੀਤਾ ਸੀ ਕਿ ਐਮਬੈਸੀ ਜਿਹੜੀ ਹੈਗੀ ਦੁਬਾਰਾ ਤੋਂ ਇਹਨੂੰ ਖੋਲ ਦਿੱਤਾ ਜਾਣਾ। ਪਰ ਹੁਣ ਦੇਖੋ ਲਗਭਗ 3 ਮਹੀਨੇ ਹੋ ਗਏ ਆ। ਯੂਕਰੇਨ ਦੇ ਵਿੱਚ ਜਿਹੜੀ ਕੈਨੇਡਾ ਦੀ ਐਮਬੈਸੀ ਹੈਗੀ ਉਹਨੇ ਤਾਂ ਕੀ ਖੁੱਲਣਾ, ਜਿਹੜਾ ਉਹਨਾਂ ਦਾ ਸਟਾਫ ਵੀ ਹੈਗਾ ਨਾ ਉਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਰਹਿ ਰਿਹਾ। ਉਹ ਕਹਿੰਦੇ ਆ ਕਿ ਸੇਫਟੀ ਕੰਸਰਨ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਯੂਕਰੇਨ ਨੂੰ ਕਹਿੰਦੇ ਸੀ ਕਿ ਲੜੋ ਤੁਸੀਂ, ਅਸੀਂ ਸ਼ੇਰ ਆਏ ਆ, ਤੁਹਾਡੇ ਨਾਲ ਖੜੇ ਆ। ਤਾਂ ਉਹਦਾ ਕਰਕੇ ਉਸ ਵੇਲੇ ਸਾਡੇ ਪ੍ਰਾਈਮ ਮਿਨਿਸਟਰ ਐਕਚੁਅਲੀ ਯੂਕਰੇਨ ਦੇ ਵਿੱਚ ਜਾ ਕੇ ਇਹਨਾਂ ਨੇ ਖੋਲੀ ਐਮਬੈਸੀ ਮਈ ਦੇ ਵਿੱਚ। ਇਹਨਾਂ ਨੇ ਝੰਡਾ ਵੀ ਲਹਿਰਾਇਆ, ਉੱਥੇ ਜ਼ੈਲੈਂਸਕੀ ਸਾਹਿਬ ਵੀ ਆਏ ਸੀ, ਫੋਟੋ ਖਿਚਾਈਆਂ ਕਿ ਦੇਖ ਲਓ ਲੜਾਈ ਤਾਂ ਅਸੀਂ ਨਹੀਂ ਡਰਦੇ, ਕੈਨੇਡਾ ਵਾਲੇ ਨਹੀਂ ਡਰਦੇ। ਹਾਂਜੀ, ਸੁਨੇਹਾ ਭੇਜਣਾ ਚਾਹੁੰਦੇ ਸੀ ਯੂਕਰੇਨ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਡਰਨ ਵਾਲੇ ਨਹੀਂ। ਤਾਂ ਉਸ ਤੋਂ ਬਾਅਦ ਉਹ ਫੋਟੋ ਓਪਰਚੁਨਿਟੀ ਤਾਂ ਖਤਮ ਹੋ ਗਈ। ਹੁਣ ਜਾ ਕੇ ਇਹਨਾਂ ਨੇ ਕੈਨੇਡੀਅਨ ਜਿਹੜੇ ਮੀਡੀਆ ਵਾਲੇ ਕਿਸੇ ਗਏ ਹੋਣੇ ਆ ਤੇ ਇਹ ਕਹਿੰਦੇ ਵੀ ਉੱਥੇ ਬੰਦਾ ਹੀ ਕੋਈ ਨਹੀਂ। ਹਾਂਜੀ, ਅੰਬੈਸੀ 'ਚ ਤਾਂ ਬੰਦਾ ਸਾਡੇ ਹੈ ਹੀ ਨਹੀਂ। ਹਾਂਜੀ, ਉਹ ਕਹਿੰਦੇ ਅਸੀਂ ਤਾਂ ਜਿਸ ਦਿਨ ਦੀ ਖੋਲ੍ਹ ਲਈ ਸੀ, ਜਿਸ ਦਿਨ ਅਸੀਂ ਫੋਟੋ ਲੈ ਲਈਆਂ
ਉਦੋਂ ਬਾਅਦ ਬੜੇ ਹੀ ਨਹੀਂ ਉੱਥੇ। ਹਾਂਜੀ। ਉਹ ਕਹਿੰਦੇ ਵੀ ਹੈ ਕਿੱਥੇ ਆ ਤੁਸੀਂ? ਉਹ ਕਹਿੰਦੇ ਅਸੀਂ ਪ੍ਰਾਈਵੇਟ ਜਗ੍ਹਾ ਤੋਂ ਦੱਸਦੇ ਨਹੀਂ। ਹਾਂਜੀ। ਦੇਖੋ ਸਾਡੀ ਐਮਬੈਸੀ ਖੁੱਲੀ ਹੋਵੇ ਔਰ ਦੱਸਣ ਨਾ ਵੀ ਅਸੀਂ ਕੰਮ ਕਿੱਥੋਂ ਕਰਦੇ ਹਾਂ। ਹਾਂਜੀ। ਇਹ ਸ਼ੋਅ ਕਰਦਾ ਕਿ ਦੂਜੇ ਨੂੰ ਮਰਾਉਣ ਲਈ ਮੋਹਰੇ ਕਰਨਾ ਬਹੁਤ ਸੌਖਾ ਆ। ਯੂਕਰੇਨੀਅਨ ਲੋਕਾਂ ਨੂੰ ਰਸ਼ੀਅਨ ਲੋਕਾਂ ਤੋਂ ਮਰਾਉਣ ਲਈ ਬਹੁਤ ਮੋਹਰੇ ਕੀਤਾ ਇਹਨਾਂ ਨੇ। ਤਾਂ ਆਪ ਬਚਣ ਲਈ ਪਤਾ ਨਹੀਂ ਕਿੱਥੇ ਬੈਠੇ ਆ। ਹਾਂਜੀ, ਕਿਸੇ ਨੂੰ ਨਹੀਂ ਪਤਾ ਕਿਹੜੀ ਜਗ੍ਹਾ ਤੇ ਆ। ਜੇ ਨਾ ਹੁਣ ਮੀਡੀਆ ਰਿਪੋਰਟ ਇੱਥੇ ਆਉਂਦੀਆਂ ਤਾਂ ਇਹਨਾਂ ਨੇ ਇਹੀ ਬਣਾਇਆ ਸੀ ਕਿ ਕੈਨੇਡੀਅਨ ਐਮਬੈਸੀ ਤਾਂ ਖੁੱਲੀ ਆ। ਹਾਂਜੀ। ਉਹ ਕਹਿੰਦੀ ਖੁੱਲੀ ਆ ਤਾਂ ਗਈ ਕਿੱਥੇ? ਹਾਂਜੀ, ਬਿਲਕੁਲ। ਵੈਸੇ ਖੁੱਲੀ ਆ, ਪਰ ਜੇ ਕਿਸੇ ਨੂੰ ਕੋਈ ਟਰੂਡੋ ਨੂੰ ਜਾਣਦਾ ਹੋਵੇ ਤਾਂ ਇਹ ਦੱਸ ਸਕਦੇ ਵੀ ਸਾਡਾ ਐਮਬੈਸਡਰ ਫਲਾਣੇ ਥਾਂ ਬੈਠਾ ਹੈ। ਹਾਂਜੀ, ਉਹਦੇ ਕੋਲ ਚਲ ਜਾਓ। ਜੀ ਦੇਖ ਲਓ ਡਾਕਟਰ ਸਾਹਿਬ ਰੀਜ਼ਨ ਦੇ ਦਿੰਦੇ ਆ, ਸਿਕਿਉਰਿਟੀ ਕੰਸਰਨ ਹੈਗਾ ਤਾਂ ਕਰਕੇ ਅਸੀਂ ਦੱਸ ਨਹੀਂ ਸਕਦੇ ਹੈਗੇ ਵੀ ਅਸੀਂ ਕਿੱਥੇ ਬੈਠੇ ਆ। ਸਿਕਿਉਰਿਟੀ ਕੰਸਰਨ ਤਾਂ ਉਸ ਵੇਲੇ ਵੀ ਸੀਗਾ ਜਿਸ ਦਿਨ ਇਹਨਾਂ ਨੇ ਥਾਪੀਆਂ ਮਾਰ ਕੇ ਖੋਲੀ ਸੀ। ਹਾਂਜੀ, ਤੇ ਹੁਣ ਸਿਕਿਉਰਿਟੀ ਕਾਰਨ ਜ਼ਿਆਦਾ ਹੋ ਗਿਆ। ਦੇਖੋ ਡਾਕਟਰ ਸਾਹਿਬ ਟਰੂਡੋ ਸਾਹਿਬ ਨੇ ਆਪ ਜਾ ਕੇ ਝੰਡਾ ਲਹਿਰਾਇਆ ਸੀਗਾ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ। ਉਹ ਫੋਟੋ ਖਿਚਾ ਕੇ ਤਾਂ ਆ ਗਏ ਉੱਥੋਂ, ਤੇ ਬਾਅਦ ਦੇ ਵਿੱਚ ਉਹਨੂੰ ਐਮਬੈਸਡਰ ਨੂੰ ਪਤਾ ਲੱਗਾ ਹੋਣਾ ਵੀ ਇਹ ਸਾਨੂੰ ਸਾਡੇ ਗਾਲ ਤਾਂ ਮਰਿਆ ਸਭ ਪਾ ਕੇ ਚਲ ਗਿਆ। ਆਪ ਤਾਂ ਮੁੜ ਕੇ ਚਲ ਗਿਆ ਆਟਵਾ ਨੂੰ। ਹਾਂਜੀ, ਤੇ ਅਸੀਂ ਇੱਥੇ ਤਾਂ ਬੰਬ ਚੱਲਦੇ। ਹਾਂਜੀ, ਪਤਾ ਨਹੀਂ। ਹਾਲਾਂਕਿ ਰਸ਼ੀਅਨ ਫੋਰਸਸ ਨੇ ਕੀਵ ਨੂੰ ਸੇਫ ਰੱਖਿਆ ਆ, ਉਹ ਕੁਝ ਕਹਿੰਦੇ ਨਹੀਂ ਅਜੇ ਤੱਕ ਉਹਨਾਂ ਨੇ ਕੁਝ ਨਹੀਂ ਕਿਹਾ। ਪਹਿਲਾਂ ਉਹਨਾਂ ਨੇ ਬੰਬਾਰਡਮੈਂਟ ਕੀਤੀ ਥੋੜੀ ਬਹੁਤੀ, ਉਸ ਤੋਂ ਬਾਅਦ ਉਹ ਹਟ ਗਏ। ਹਾਂਜੀ, ਪਰ ਇਹ ਅਜੇ ਇੰਨਾ ਡਰ ਗਏ ਆ ਉਹਨਾਂ ਤੇ ਵੀ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਮਿਸਲ ਆ ਜਾਣੀ ਹੈ। ਹਾਂਜੀ, ਤਾਂ ਇਸ ਕਰਕੇ ਕਿਸੇ ਗੁਪਤ ਜਗ੍ਹਾ ਤੋਂ ਉਹ ਲੱਗੇ ਆ ਇਸ ਵੇਲੇ ਐਮਬੈਸੀ ਚਲਾਉਣ। ਜੀ, ਪਤਾ ਨਹੀਂ ਕਿਹਦੀ ਬੇਸਮੈਂਟ 'ਚ ਬੈਠੇ। ਡਾਕਟਰ ਸਾਹਿਬ ਵਾਸ਼ਿੰਗਟਨ ਡੀਸੀ ਦੇ ਮੇਅਰ ਨੇ ਪੈਂਟਾਗਨ ਤੇ ਵਾਈਟ ਹਾਊਸ ਨੂੰ ਨੈਸ਼ਨਲ ਗਾਰਡ ਲਈ ਅਪੀਲ ਕੀਤੀ ਆ। ਪੂਰਾ ਮਸਲਾ ਦੱਸੋ ਕੀ ਆ? ਦੇਖੋ, ਇਹ ਮਸਲਾ ਤਾਂ ਹੈਗਾ ਹਜ਼ਾਰਾਂ ਮੀਲ ਦੂਰ ਦਾ। ਟੈਕਸਸ ਤੇ ਐਰੀਜ਼ੋਨਾ ਦੇ ਗਵਰਨਰਜ਼ ਨੇ ਪਹਿਲਾਂ ਇਸ਼ੂ ਉਠਾਈ ਪ੍ਰੈਜ਼ੀਡੈਂਟ ਦੇ ਨਾਲ, ਜੋ ਬਾਈਡਨ ਨਾਲ, ਕਿ ਮੈਕਸੀਕੋ ਦੇ ਬਾਰਡਰ ਤੋਂ ਬਹੁਤ ਬੰਦੇ ਆ ਰਹੇ ਆ, ਮੈਕਸੀਕੋ ਦਾ ਬਾਰਡਰ ਤੁਸੀਂ ਕੰਟਰੋਲ ਕਰੋ। ਹੁਣ ਉਹਨਾਂ ਦੇ ਫਿਗਰ ਜਿਹੜੀਆਂ ਦਿੱਤੀਆਂ ਆ ਗਵਰਨਰਜ਼ ਨੇ ਦੋਹਾਂ ਨੇ, ਉਹ ਕਹਿੰਦੇ ਕਿ 32 ਲੱਖ ਬੰਦਾ ਜਿਸ ਦਿਨ ਦੇ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਬਣੇ ਨਾ, ਉਸ ਦਿਨ ਦਾ 32 ਲੱਖ ਬੰਦਾ ਮੈਕਸੀਕੋ ਤੋਂ ਆ ਚੁੱਕਾ, ਜਿਹਦੇ ਵਿੱਚੋਂ 8 ਲੱਖ ਬੰਦੇ ਦਾ ਇਹਨਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਗਿਆ। ਸਾਡੇ ਤਾਂ ਇੱਥੇ 51 ਲੱਖ ਪਾਪੂਲੇਸ਼ਨ ਹੈ ਨਾ BC ਦੀ, ਇੱਥੇ ਬਾਰਡਰ ਹੈ ਨਹੀਂ ਕੋਈ ਕਰਕੇ ਬਚੇ ਆ। ਹਾਂਜੀ, ਵੈਸੇ 32 ਲੱਖ ਬੰਦਾ ਇਹਨਾਂ ਦੇ ਆ ਜਾਵੇ, ਇਹਨਾਂ ਨੂੰ ਦਿਮਾਗ ਖਰਾਬ ਹੋ ਜਾਵੇ ਇਹਨਾਂ ਦਾ। ਜੀ, ਤਾਂ ਉਹਨਾਂ ਨੇ ਉਹ ਫਿਰ ਗਵਰਨਰ ਜਿਹੜੇ ਆ ਟੈਕਸਸ ਦਾ ਤੇ ਐਰੀਜ਼ੋਨਾ ਦਾ, ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਇਹ ਕਹਿੰਦੇ ਸੀ ਵੀ ਸਾਡਾ ਬਾਰਡਰ ਜਿਹੜਾ ਬੰਦ ਕਰੋ, ਕਮ ਸੇ ਕਮ ਇਹਨੂੰ ਪੈਟਰੋਲਿੰਗ ਠੀਕ ਕਰੋ ਤੁਸੀਂ। ਤਾਂ ਉਹ ਕਹਿੰਦੇ ਅਜੇ ਤਾਈਂ ਇਹਨਾਂ ਨੇ ਉਹੀ ਕੁਛ ਕੀਤਾ। ਜਿਹੜੇ ਵੀ ਲੋਕੀ ਆਉਂਦੇ, ਸਮਗਲਰ ਆਉਂਦੇ ਆ ਨਾ, ਤਾਂ ਉਹ ਬੰਦੇ ਲੈ ਕੇ ਧੜ ਲਈ ਆਉਂਦੇ ਆ ਮੈਕਸੀਕੋ ਤੋਂ। ਮੈਕਸੀਕੋ ਇੱਕ ਪੁਆਇੰਟ ਬਣਿਆ ਹੈ ਸੈਂਟਰਲ ਅਮਰੀਕਾ ਲਈ, ਸਾਊਥ ਅਮਰੀਕਾ ਲਈ। ਜਿਹੜੇ ਦੇਸ਼ਾਂ ਦੇ ਵੀ ਲੋਕੀ ਆਉਂਦੇ ਆ ਉਹ ਪਹਿਲਾਂ ਮੈਕਸੀਕੋ ਆ ਜਾਂਦੇ ਆ, ਮੈਕਸੀਕੋ ਤੋਂ ਕ੍ਰਾਸ ਕਰਕੇ US 'ਚ ਆ ਜਾਂਦੇ। ਤਾਂ ਉਹਨਾਂ ਨੇ ਫਿਰ ਦੋਹਾਂ ਗਵਰਨਰਾਂ ਨੇ ਐਰੀਜ਼ੋਨਾ ਤੇ ਟੈਕਸਸ ਦੇ ਵਿੱਚੋਂ ਬੱਸਾਂ ਲੈ ਕੇ ਮੁਫਤ ਬੰਦੇ ਛੱਡਣੇ ਸ਼ੁਰੂ ਕਰਤੇ ਇੱਥੇ ਵਾਸ਼ਿੰਗਟਨ DC। ਹਾਂਜੀ, ਉਹ ਜਿੰਨੇ ਵੀ ਇਲੀਗਲ ਬੰਦੇ ਆਉਂਦੇ ਸੀ ਉੱਥੇ ਨਾ, ਉਹਨਾਂ ਨੂੰ ਬੱਸ 'ਚ ਬਿਠਾਉਂਦੇ ਆ ਤੇ ਵਾਸ਼ਿੰਗਟਨ DC 'ਚ ਛੱਡ ਆਉਂਦੇ ਆ। ਤੇ ਇੱਥੇ ਵਾਸ਼ਿੰਗਟਨ DC ਦੇ ਵਿੱਚ ਹੁਣ ਆਉਂਦੇ ਆ ਤੇ ਇਹ ਪੁਲਿਸ ਲਈ ਇਸ਼ੂ ਬਣ ਜਾਂਦੀ। ਉਹ ਗੈਰ ਕਾਨੂੰਨੀ ਬੰਦੇ ਆਏ ਆ ਤਾਂ ਪੁਲਿਸ, ਹੁਣ ਮੇਅਰ ਨੇ ਵਾਸ਼ਿੰਗਟਨ DC ਦੇ ਨੇ ਰਿਕੁਐਸਟ ਕੀਤੀ ਆਪਣੇ ਪ੍ਰੈਜ਼ੀਡੈਂਟ ਨੂੰ, ਨੈਸ਼ਨਲ ਸਿਕਿਉਰਿਟੀ ਗਾਰਡ ਦੇ ਜਿਹੜਾ ਚੀਫ ਆ, ਕਿ ਸਾਨੂੰ ਨੈਸ਼ਨਲ ਸਿਕਿਉਰਿਟੀ ਗਾਰਡ ਦਿਓ, ਸਾਡੀ ਪੁਲਿਸ ਤੋਂ ਨਹੀਂ ਸਾਂਭੇ ਜਾਂਦੇ। ਹਾਂਜੀ, ਐਰੀਜ਼ੋਨਾ ਤੇ ਟੈਕਸਸ ਵਾਲੇ ਕਹਿੰਦੇ ਕਿ ਤੁਸੀਂ ਜਿਹੜੇ ਪ੍ਰੋਬਲਮ ਸ਼ੁਰੂ ਕਰਨ ਵਾਲੇ ਹੈਗੇ ਵਾਸ਼ਿੰਗਟਨ DC, ਤੁਸੀਂ ਜੇ ਆਪਣਾ ਬਾਰਡਰ ਨਹੀਂ ਬੰਦ ਕਰ ਸਕਦੇ ਤਾਂ ਇਹਨਾਂ ਨੂੰ ਸਾਂਭੋ ਵੀ ਤੁਸੀਂ। ਉਹਨਾਂ ਨੇ ਲਿਆ ਕੇ ਸਾਰੇ ਉਹ ਧੜ ਬੱਸਾਂ ਭੇਜ ਰਹੇ ਉੱਥੋਂ। ਜੀ, ਇਹ ਮਤਲਬ ਇੰਟਰਨਲ ਵਾਰਫੇਅਰ ਆ ਇਹਨਾਂ ਦਾ, ਕਿਸੇ ਦੇਸ਼ ਨਾਲ ਹੋਰ ਨਾਲ ਨਹੀਂ। ਇਹਨਾਂ ਦੇ ਆਪਣੇ ਸੂਬੇ ਜਿਹੜੇ ਆ
ਉਹ ਇਹਨਾਂ ਦੇ ਇਲੀਗਲ ਇਮੀਗ੍ਰੈਂਟਸ ਗੈਰ ਕਾਨੂੰਨੀ ਲੋਕੀ ਜਿਹੜੇ ਆਉਂਦੇ ਆ ਤਾਂ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਇੱਕ ਤਰੀਕਾ ਵਧੀਆ, ਉਹ ਕਹਿੰਦੇ ਕਿ ਵਾਸ਼ਿੰਗਟਨ DC ਜਿੰਨਾ ਚਿਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਨਾ ਵੀ ਜਿਹੜੇ ਗੈਰ ਕਾਨੂੰਨੀ ਆਉਂਦੇ ਆ ਕੀ ਕਰਦੇ ਆ, ਹਾਂਜੀ, ਹੋ ਸਕਦਾ ਥੋੜੇ ਬਹੁਤ ਕ੍ਰਾਈਮ ਵੀ ਕਰਦੇ ਹੋਣ ਜੀ, ਤਾਂ ਉਹ ਕਹਿੰਦੇ ਵੀ ਵਾਸ਼ਿੰਗਟਨ DC ਦੇ ਵਿੱਚ ਜਾ ਕੇ ਕਰੋ ਨਾ ਤਾਂ ਜੋ ਬਾਈਡਨ ਨੂੰ ਸੁਰਤ ਆ ਜਾਵੇ। ਜੋ ਬਾਈਡਨ ਨੂੰ ਸੁਰਤ ਆਵੇ ਚਾਹੇ ਨਾ ਆਵੇ, ਪਰ ਕਮ ਸੇ ਕਮ ਵਾਸ਼ਿੰਗਟਨ DC ਦੇ ਮੇਅਰ ਨੂੰ ਜ਼ਰੂਰ ਆ ਗਈ। ਜੀ ਡਾਕਟਰ ਸਾਹਿਬ, ਉਹਨਾਂ ਨੇ ਪਹਿਲਾਂ ਨਾ 19 ਜੁਲਾਈ ਨੂੰ ਡਿਫੈਂਸ ਸੈਕਟਰੀ ਨੂੰ ਲਿਖੀ ਸੀ ਲੈਟਰ, ਉਹਦਾ ਕੋਈ ਜਵਾਬ ਨਹੀਂ ਆਇਆ। ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੇ ਦੁਬਾਰਾ ਲਿਖੀ ਹੈ 22 ਜੁਲਾਈ ਨੂੰ। ਹੁਣ ਇੱਕ ਨੈਸ਼ਨਲ ਸਿਕਿਉਰਿਟੀ ਜਿਹੜੀ ਨੈਸ਼ਨਲ ਗਾਰਡ ਆ ਉੱਥੇ ਇਲੀਗਲ ਇਮੀਗ੍ਰੈਂਟਸ ਦਾ ਸਿੱਧਾ ਜਿਹੜਾ ਸੰਬੰਧ ਆ ਉਹ ਹੈਗਾ ਜੋ ਬਾਈਡਨ ਦੀ ਸਿਕਿਉਰਿਟੀ ਪਾਲਿਸੀ ਦੇ ਨਾਲ ਬਾਰਡਰ ਤੇ। ਤਾਂ ਉਹਨਾਂ ਲੋਕਾਂ ਦੇ ਜਿਹੜੇ ਮੈਕਸੀਕਨ ਆ ਉਹਨਾਂ ਦੀ ਵੋਟ ਬਹੁਤ ਆ, ਹਿਸਪੈਨਿਕ ਵੋਟ ਬਹੁਤ ਹੈ US ਦੇ ਵਿੱਚ, 18% ਰਜਿਸਟਰਡ ਵੋਟਰ ਆ ਉਹ। ਜੇ ਨੈਸ਼ਨਲ ਗਾਰਡ ਉੱਥੇ ਭੇਜਣਗੇ ਤਾਂ ਉਹ ਵੀ ਜਾਂਦੇ ਲੱਗਣੇ ਇਹਨਾਂ ਦੀ। 18% ਵੋਟ ਜਿਹੜੀ ਅੱਜ ਤੁਰੀ ਫਿਰਦੀ ਹੈ ਨਾ ਉਹ ਵੀ ਜਾਂਦੀ ਲੱਗਣੀ ਹੈ। ਵੋਟਾਂ ਦਾ ਚੱਕਰ ਹੈ। ਹੁਣ ਫਸੇ ਆ ਬੁਰੇ ਇਹ, ਕਿਉਂਕਿ ਇੱਕ ਪਾਸੇ ਤਾਂ ਇਹ ਡੋਨਲਡ ਟਰੰਪ ਨੂੰ ਕ੍ਰਿਟਿਸਾਈਜ਼ ਕਰਦੇ ਹੁੰਦੇ ਸੀ, ਉਹਦੀ ਆਲੋਚਨਾ ਕਰਦੇ ਹੁੰਦੇ ਸੀ। ਡੋਨਲਡ ਟਰੰਪ ਕਹਿੰਦੇ ਸੀ ਵੀ ਇੱਥੇ ਅਸੀਂ ਵਾਲ ਬਣਾਉਣੀ ਆ। ਹਾਂਜੀ, ਉਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਬਣਾਇਆ ਸੀ, ਜਿਹੜੀ ਵਾਲ ਅੱਜ ਤਾਈਂ ਬਣੀ ਨਹੀਂ, ਵੈਸੇ ਕੁਝ ਥਾਵਾਂ ਤੇ ਬਣੀ ਹੈ। ਤੁਸੀਂ ਜਾ ਕੇ ਦੇਖੋ ਨਾ ਮੈਕਸੀਕੋ ਦੇ ਤਾਂ US ਦੇ ਬਾਰਡਰ ਤੇ ਕੁਝ ਥਾਂ ਤੇ ਵਾਲ ਬਣੀ ਆ, ਬਾਕੀ ਇੰਨੀ ਨਹੀਂ ਬਣੀ। ਪਰ ਵਾਲ ਵੀ ਟੱਪ ਕੇ ਆ ਜਾਂਦੇ, ਕੋਈ ਏਡੀ ਵੱਡੀ ਗੱਲ ਨਹੀਂ। ਵਾਲ ਦੇ ਥੱਲਿਓਂ ਕੱਟ ਲੈਂਦੇ ਉਹ। ਹਾਂਜੀ, ਉਹਨਾਂ ਨੇ ਮਗੋਰੇ ਜਿਹੇ ਬਣਾਏ ਆ, ਉਹਦੀ ਬੰਦੇ ਨਿਕਲ ਆਉਂਦੇ ਆ। ਤਾਂ ਨਾਲ ਨਾਲ ਜਿੱਥੇ ਜਿੱਥੇ ਇਹਨਾਂ ਦੇ ਜੰਗਲ ਜਿਹੇ ਦੇ ਏਰੀਆ ਉੱਥੋਂ ਆਏ ਉਹ ਲੱਭਦੇ ਹੀ ਨਹੀਂ। ਤਾਂ ਬਹੁਤੇ ਬੰਦਿਆਂ ਦੇ ਉਹਨਾਂ ਦੇ ਐਕਚੁਅਲੀ ਗੋਲੀ ਮਾਰ ਦਿੰਦੇ। ਸੋ ਡੇਂਜਰਸ ਵੀ ਹੈ, ਖਤਰੇ ਵਾਲੀ ਗੱਲ ਹੈ ਇਹ। ਪਰ ਜਿਹੜੇ ਜ਼ਿਆਦਾ ਲੋਕੀ ਆਉਂਦੇ ਆ ਉਹ ਆਉਂਦੇ ਆ ਬੱਸਾਂ ਦੇ ਵਿੱਚ, ਮਿੰਨੀ ਬੱਸਾਂ ਦੇ ਵਿੱਚ ਸਮਗਲਰ ਲੈ ਕੇ ਆਉਂਦੇ ਆ। ਹੁਣ ਕਿੱਦਾਂ ਸਮਗਲਰ ਉੱਥੋਂ ਇਹਨਾਂ ਦੇ ਲੀਗਲ ਬਾਰਡਰ ਕ੍ਰਾਸਿੰਗ ਕਰਕੇ ਆਉਂਦੇ ਆ, ਬੜੀ ਸੋਹਣੀ, ਤੇ ਇਹ ਇੱਧਰ ਆ ਕੇ ਛੱਡ ਜਾਂਦੇ ਉਹਨਾਂ ਨੂੰ। ਤੇ ਉਹਨਾਂ ਨੂੰ ਵੈਸੇ ਤਾਂ ਇਹਨਾਂ ਦੀ ਸਰਕਾਰ ਦੇ ਕੋਲ ਤਾਂ ਪਤਾ ਨਹੀਂ ਇਹਨਾਂ ਨੂੰ ਕਿਸ ਗੈਰ ਕਾਨੂੰਨੀ ਬੰਦੇ ਗਏ, ਉਹਨਾਂ ਦੇ ਹਿਸਾਬ ਨਾਲ ਐਰੀਜ਼ੋਨਾ ਤੇ ਜਿਹੜਾ ਟੈਕਸਸ ਆ, ਉਹਨਾਂ ਦੇ ਗਵਰਨਰ ਨੇ ਕਿਹਾ ਕਿ ਅਸੀਂ ਪੁੱਛਿਆ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ 32 ਲੱਖ ਬੰਦਾ ਆਇਆ ਸੀ, ਉਹ ਕਹਿੰਦੇ ਉਹਨਾਂ ਦੇ ਵਿੱਚੋਂ ਬਾਕੀਆਂ ਦਾ ਪਤਾ 8 ਲੱਖ ਦਾ ਸਾਨੂੰ ਪਤਾ ਹੀ ਨਹੀਂ ਗਏ ਕਿੱਥੇ, ਕੋਈ ਰਿਕਾਰਡ ਨਹੀਂ ਉਹਨਾਂ ਦਾ, ਕੋਈ ਰਿਕਾਰਡ ਨਹੀਂ ਉਹਨਾਂ ਦਾ। ਤੇ ਉਹ ਕਹਿੰਦੇ ਵੀ ਜੇ ਇਹਨਾਂ ਨੂੰ ਪਤਾ ਹੀ ਨਹੀਂ ਤਾਂ ਅਸੀਂ ਇਹਨਾਂ ਨੂੰ ਬੰਦਿਆਂ ਨੂੰ ਸਾਰਿਆਂ ਨੂੰ ਇੱਥੋਂ ਚੱਕ ਕੇ ਤਾਂ ਵਾਸ਼ਿੰਗਟਨ DC ਭੇਜਾਂਗੇ ਤਾਂ ਕਿ ਇਹਨਾਂ ਨੂੰ ਸੁਰਤ ਆਵੇ। ਜੀ, ਸੁਰਤ ਤਾਂ ਵੈਸੇ ਉਹਨਾਂ ਨੂੰ ਆ ਗਈ ਆ। ਸੁਰਤ ਨਹੀਂ, ਜਿਨ੍ਹਾਂ ਨੂੰ ਆਉਣੀ ਚਾਹੀਦੀ ਸੀ ਉਹਨਾਂ ਨੂੰ ਨਹੀਂ ਆਈ ਨਾ। ਹਾਂਜੀ, ਉਹ ਭੇਜਦੇ ਤਾਂ ਜੋ ਬਾਈਡਨ ਦਾ ਕਰਕੇ ਸੀ। ਜੀ ਜੀ। ਤੇ ਹੁਣ ਦੁਖੀ ਹੈਗਾ ਆ ਮੇਅਰ। ਹਾਂਜੀ, ਤੇ ਮੇਅਰ ਦੀ ਪੁਲਿਸ ਵੀ ਦੁਖੀ ਆ। ਉਹ ਕਹਿੰਦੇ ਕਿ ਸਾਡੇ ਤੋਂ ਸਾਂਭੇ ਨਹੀਂ ਜਾਂਦੇ। ਹਾਂਜੀ, ਹੈਂਡਲ ਨਹੀਂ ਹੋ ਰਿਹਾ। ਹੁਣ ਬੰਦੇ ਲਿਆ ਕੇ ਭੇਜੀ ਜਾਂਦੇ ਆ, ਉਹਨਾਂ ਦੇ ਵਿਚਾਰਿਆਂ ਦੇ ਕੋਲ ਨਾ ਰਹਿਣ ਨੂੰ ਜਗ੍ਹਾ ਆ, ਨਾ ਉਹਨਾਂ ਦੇ ਕੋਲ ਕੰਮ ਆ, ਨਾ ਕਾਰ ਆ। ਸੋ ਉਹ ਹੋਮਲੈਸ ਪਾਪੂਲੇਸ਼ਨ ਵਧੀ ਜਾਂਦੀ ਉੱਥੇ। ਹਾਂਜੀ, ਹੁਣ ਆ ਕੇ ਜਿਹਨਾਂ ਨੂੰ ਉਹ ਜਿਹੜੀ ਟੈਕਸਸ ਤੇ ਐਰੀਜ਼ੋਨਾ ਤੋਂ ਬੱਸਾਂ ਤਾਂ ਛੱਡ ਜਾਂਦੀਆਂ, ਪਰ ਉਹਨਾਂ ਤੋਂ ਵਾਪਸ ਜਾਣ ਲਈ ਕੁਛ ਨਹੀਂ ਹੈ, ਪੈਸਾ ਕੋਈ ਨਹੀਂ ਜੇਬ ਦੇ ਵਿੱਚ ਕਿ ਉਹ ਵਾਪਸ ਚਲੇ ਜਾਣ। ਫਿਰ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਤਾਂ ਛੱਡ ਗਏ ਆ ਕੇ, ਉਹਨੂੰ ਪਤਾ ਹੀ ਨਹੀਂ ਅਸੀਂ ਹੈ ਕਿੱਥੇ ਹਾਂ। ਤੇ ਨੈਸ਼ਨਲ ਸਿਕਿਉਰਿਟੀ ਪ੍ਰੋਬਲਮ ਬਣੀ। ਹੁਣ ਜੇ ਗਾਰਡ ਭੇਜਦੇ ਆ ਬਾਈਡਨ ਸਾਹਿਬ ਤਾਂ ਹਿਸਪੈਨਿਕ ਵੋਟਾਂ ਜਾਂਦੀਆਂ ਲੱਗਣੀਆਂ। ਹਾਂਜੀ, ਇਹ ਕਹਿਣਗੇ ਕਿ ਤੁਸੀਂ ਤਾਂ ਫੌਜ ਭੇਜੀ ਹੈ ਸਾਡੇ ਤੇ। ਹਾਂਜੀ, ਚਲੋ ਤੁਹਾਡਾ ਸਮਾਂ ਆ ਗਿਆ ਕਿ ਹੁਣ ਅੱਜ ਦਾ ਵਿਚਾਰ ਪੇਸ਼। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ, ਜਦੋਂ ਕਿਸੇ ਕੋਲ ਘੜੀ ਨਹੀਂ ਸੀ ਹੁੰਦੀ, ਆਪਣੇ ਲਈ ਤੇ ਆਪਣਿਆਂ ਲਈ ਹਰ ਇੱਕ ਕੋਲ ਵਕਤ ਸੀ। ਹੁਣ ਹਰ ਇੱਕ ਕੋਲ ਘੜੀ ਹੈ, ਆਪਣੇ ਲਈ ਤੇ ਆਪਣਿਆਂ ਲਈ ਕਿਸੇ ਕੋਲ ਵਕਤ ਨਹੀਂ ਹੈ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਸਾਡੀ ਈਮੇਲ ਹੈ ਜੀ info@radioindia.ca। ਡੇਲੀ ਨਿਊਜ਼ ਅਪਡੇਟ ਦੇ ਲਈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ। ਰੇਡੀਓ ਇੰਡੀਆ
1110 ਦੇ ਨਾਂ ਹੇਠ ਹੈ ਜੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਸਾਡਾ YouTube ਚੈਨਲ ਵੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਸਾਡੇ ਪ੍ਰੋਗਰਾਮਸ ਨੂੰ ਤੁਸੀਂ ਸੁਣ ਸਕਦੇ ਹੋ। ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਲਾਈਕ ਕਰੋ ਤੇ ਸ਼ੇਅਰ ਕਰੋ, ਤੇ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਨਹੀਂ ਵੀ ਲੱਗਦਾ ਤੁਸੀਂ ਕਮੈਂਟ ਸੈਕਸ਼ਨ 'ਚ ਜਾ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੇ ਵਿਚਾਰ। ਤੇ ਜੇਕਰ ਤੁਸੀਂ ਆਪਣੇ ਬਿਜ਼ਨਸ 'ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇੱਕ ਵਾਰੀ ਐਡਵਰਟਾਈਜ਼ ਕਰਕੇ ਜ਼ਰੂਰ ਦੇਖੋ। ਐਡਵਰਟਾਈਜ਼ਮੈਂਟ ਦੇ ਲਈ ਅਸੀਂ ਸਪੈਸ਼ਲ ਪੈਕੇजेस ਲਗਾਏ ਹੋਏ ਆ, ਤੁਹਾਡੇ ਬਜਟ ਦੇ ਵਿੱਚ ਵੀ ਤੁਹਾਡੇ ਲਈ ਪੈਕੇਜ ਬਣਾ ਕੇ ਅਸੀਂ ਦੇ ਦਿੰਦੇ ਹਾਂ ਤੁਹਾਨੂੰ। ਇਸ ਸਬੰਧ ਵਿੱਚ ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 604 592 9191 ਤੇ 6045929191 ਤੇ।